कि बहुत साल लंघ जाते हैं, हज़ारां की गिनती च केस जोड़े है पेंडिंग पे है। तो हुण जो सिलेक्टड केस ही ले जा रहे हैं, खास तौर पर वीडियो कॉन्फ्रेंसिंग की तुसीं गल करते अर्जेंट केस ही ले जा रहे हैं, ये तो जी फिर बहुत एक लंबी कतार लग जाएगी केसां की। कोई अनफॉर्चुनेटली 102 साल के बाद जो मैं देखा है दुनिया के एक कोविड-19 की सिचुएशन आई है। इस तो पहला मेरे ख्याल के नाल 1918 ਦੇ ਵਿੱਚ ਇਹ ਸਿਚੁਏਸ਼ਨ ਬਾਈ ਸਪੈਨਿਸ਼ ਫਲੂ ਦੇ ਨਾਮ ਤੇ ਆਈ ਸੀ ਔਰ ਉਸ ਵੇਲੇ ਵੀ ਪੈਂਡੇਮਿਕ ਇੰਨਾ ਵਰਲਡ ਵਾਈਡ ਸੀ ਇੰਡੀਆ ਦੇ ਵਿੱਚ ਜਿਹਨੂੰ ਪ੍ਰਭਾਵਿਤ ਕੀਤਾ, ਜਿਹਨੂੰ ਅਸੀਂ ਕਈ ਵਾਰੀ ਬੰਬੇ ਫੀਵਰ ਦਾ ਨਾਮ ਵੀ ਦਿੰਦੇ ਆ, ਕਿ ਐਟਲੀਸਟ ਉਦੋਂ ਵੀ ਮਿਲੀਅਨ ਲੋਕਾਂ ਤੋਂ ਜ਼ਿਆਦਾ ਪ੍ਰਭਾਵਿਤ ਸਨ, ਮੌਤਾਂ ਹੋਈਆਂ। ਲੋਅਰ ਕੋਰਟ ਦਾ ਕੰਮ ਚੱਲ ਰਿਹਾ ਜੀ, ਉਹ ਅਰਜੈਂਟ ਮੈਟਰ ਦਾ ਹੀ ਚੱਲ ਰਿਹਾ ਹੈ। ਰੈਗੂਲਰ ਕੋਰਟ ਦੇ ਜਿਹੜੇ ਕੰਮ ਹੈ ਉਹ ਬਿਲਕੁਲ ਹੀ ਠੱਪ ਪਏ ਆ ਜੀ। ਤੁਸੀਂ ਜਿੱਦਾਂ ਕਿਹਾ ਕਿ ਰਜਿਸਟਰੀਆਂ ਜਿਹੜੀਆਂ ਹੈਗੀਆਂ ਰੈਵਨਿਊ ਦੀਆਂ ਸ਼ੁਰੂ ਹੋ ਗਈਆਂ, ਉਹਦੇ ਨਾਲ ਸਰਕਾਰ ਦੀ ਆਮਦਨ ਵੀ ਸ਼ੁਰੂ ਹੋ ਗਈ ਹੈ। ਲੱਗਦਾ ਸਰਕਾਰ ਦੀ ਆਮਦਨ ਤਾਂ ਸ਼ੁਰੂ ਹੋਈ ਗਈ, ਰਜਿਸਟਰੀਆਂ ਦੇ ਨਾਲ ਕਿਸੇ ਪੱਧਰ ਤੇ ਜਿਹੜੇ ਮਾਲ ਅਧਿਕਾਰੀ ਆ ਉਹਨਾਂ ਦੀ ਆਮਦਨ ਵੀ ਜ਼ਰੂਰ ਸ਼ੁਰੂ ਹੋਏਗੀ। ਜਿਹੜੇ ਜੂਨੀਅਰ ਐਡਵੋਕੇਟਸ ਹੈਗੇ ਆ ਜੀ, ਉਹਨਾਂ ਦਾ ਵੀ ਕਾਫੀ ਹੱਦ ਤੱਕ ਜਿਹੜੇ ਹੈਗੇ ਆ ਉਹ ਪ੍ਰਭਾਵਿਤ ਹੋਏ ਆ, ਕਿਉਂਕਿ ਸਾਡੇ ਮੰਨ ਲਓ ਐਡਵੋਕੇਟ ਰੂਲਸ ਦੇ ਮੁਤਾਬਕ ਤੁਸੀਂ ਕੋਈ ਬਿਜ਼ਨਸ ਨਹੀਂ ਕਰ ਸਕਦੇ ਜੀ ਆਪਦਾ। ਜਦੋਂ ਕਰੋਨਾ ਨਹੀਂ ਵੀ ਸੀ ਉਦੋਂ ਵੀ ਜੁਡੀਸ਼ੀਅਲ ਸਿਸਟਮ ਸਾਡਾ ਦੁਨੀਆ ਦੇ ਵਿੱਚੋਂ ਇਸ ਗੱਲ ਲਈ ਜਾਣਿਆ ਜਾਂਦਾ ਕਿ ਮੋਸਟ ਇਨਐਫੀਸ਼ੀਐਂਟ, ਸਭ ਤੋਂ ਸਲੋ ਚੱਲਣ ਵਾਲਾ ਜਿਹੜਾ ਨਾ ਕਛੂਏ ਦੀ ਚਾਲ। 3 ਕਰੋੜ ਪੈਂਡਿੰਗ ਕੇਸ, 65,000 ਕੇਸ ਪੈਂਡਿੰਗ ਸੁਪਰੀਮ ਕੋਰਟ ਦੇ ਵਿੱਚ, 40 ਲੱਖ ਕੇਸ ਜਿਹੜੇ ਪੈਂਡਿੰਗ ਹਾਈ ਕੋਰਟਾਂ 'ਚ। ਇਹ ਤੇ ਹਾਲਾਤ ਸਾਡੇ ਦੇਸ਼ ਦੀ ਉਦੋਂ ਸੀਗੀ ਜਦੋਂ ਅਜੇ ਕਰੋਨਾ ਵਾਇਰਸ ਸੀਗਾ ਹੀ ਨਹੀਂ। ਤੁਸੀਂ ਇੰਜ ਪੇਸ਼ ਕਰ ਰਹੇ ਆ ਵੀ ਜਿਵੇਂ ਪਹਿਲਾਂ ਬਹੁਤ ਇਨਸਾਫ ਨਾਲ ਲੋਕ ਲੁੱਡੀਆਂ ਪਾਉਂਦੇ ਕੋਰਟਾਂ 'ਚ ਆਉਂਦੇ। ਸਾਹਿਬ ਸਵਾਲ ਇਹ ਨਹੀਂ ਹੈ ਕਿ ਪਹਿਲਾਂ ਨਹੀਂ ਹੈ, ਸਵਾਲ ਜਿਹੜੀਆਂ ਹੁਣ ਪ੍ਰਸਥਿਤੀਆਂ ਬਣੀਆਂ ਉਹਦਾ ਸਿਸਟਮ ਹੀ ਜਿਹੜਾ ਬਹੁਤ ਵੱਡੀ ਪੱਧਰ ਤੇ ਖਤਰਨਾਕ ਹੱਦ ਤੱਕ ਜਿਹੜਾ ਹੈਗਾ ਜਾ ਰਿਹਾ। ਉਹ ਤੇ ਵਕੀਲ ਸਾਹਿਬਾਨਾਂ ਨੇ ਦੋਵਾਂ ਨੇ ਮਿਲ ਕੇ ਦੱਸਤੀ ਗੱਲ, ਸਾਰੀ ਡਿਟੇਲ ਦੱਸਤੀ ਹੈ। ਤੁਸੀਂ 3-3 4-4 ਉਹਨਾਂ ਨੂੰ ਕੁਐਰੀ ਕਰਕੇ ਪੂਰਾ ਸਮਝ ਲਿਆ। ਮੈਂ ਬਿਲਕੁਲ ਠੀਕ ਕਹਿ ਰਿਹਾ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਅੱਜ ਆਪਾਂ ਉਸ ਅਹਿਮ ਮੁੱਦੇ ਤੇ ਚਰਚਾ ਕਰ ਰਹੇ ਹਾਂ ਜਿਸ ਦਾ ਸੰਬੰਧ ਹਰ ਉਸ ਆਮ ਨਾਗਰਿਕ ਨਾਲ ਹੈ ਜਿਹੜਾ ਨਿਆਂ ਦੇ ਮੁੱਦਿਆਂ ਦੇ ਨਾਲ ਜੁੜਿਆ ਤੇ ਕਿਸ ਤਰੀਕੇ ਦੇ ਨਾਲ ਜਿਹੜਾਗਾ ਇਨਸਾਫ ਜਾਂ ਨਿਆਂ ਮੌਜੂਦਾ ਪ੍ਰਸਥਿਤੀਆਂ 'ਚ ਹੋ ਰਿਹਾ ਪ੍ਰਭਾਵਿਤ। ਪਿਛਲੇ 4 ਮਹੀਨਿਆਂ ਤੋਂ ਜੇ ਆਪਾਂ ਹਿੰਦੁਸਤਾਨ ਦੀ ਗੱਲ ਕਰ ਲਈਏ, ਸੂਬਿਆਂ ਦੀ ਗੱਲ ਕਰ ਲਈਏ, ਕਿਧਰੇ ਕਰਫਿਊ, ਕਿਧਰੇ ਲਾਕਡਾਊਨ, ਕਿਧਰੇ ਵੀਕਲੀ ਲਾਕਡਾਊਨ, ਇਹ ਸਾਰੇ ਕੁਝ ਨਾਲ ਜਿੱਥੇ ਦੇਸ਼ ਪ੍ਰਭਾਵਿਤ ਹੋ ਰਿਹਾ ਉੱਥੇ ਪੰਜਾਬ ਤੇ ਚੰਡੀਗੜ੍ਹ ਦੇ ਲੋਕ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹੈ। ਅਕਸਰ ਇਹ ਕਿਹਾ ਜਾਂਦਾ ਹੈ, ਇੱਕ ਧਾਰਨਾ ਹੈ ਕਿ ਨਿਆਂ ਲੈਣ ਲਈ ਨਿਆਂ ਦੀਆਂ ਪੌੜੀਆਂ ਚੜ੍ਹਦਿਆਂ ਦਹਾਕੇ ਬੀਤ ਜਾਂਦੇ ਹੈ, ਕਿਧਰੇ ਜੱਜਾਂ ਦੀ ਘਾਟ, ਕਿਧਰੇ ਹੋਰ ਟੈਕਨੀਕਲ ਮੁਸ਼ਕਲਾਂ। ਤੇ ਹੁਣ ਜਦੋਂ ਕਰੋਨਾ ਮਹਾਮਾਰੀ ਦਾ ਦੌਰ ਚੱਲ ਰਿਹਾ ਹੈ, ਇਸ ਦੇ ਦੌਰਾਨ ਜਿਹੜੀਆਂ ਪ੍ਰਸਥਿਤੀਆਂ ਬਣੀਆਂ ਉਸ ਦੇ ਨਾਲ ਆਮ ਆਦਮੀ ਦਾ ਪ੍ਰਭਾਵਿਤ ਹੋਇਆ ਹੀ ਹੋਇਆ। ਜਿਵੇਂ ਕਹਾਂ ਤਾਂ ਖਾਸ ਆਦਮੀ ਵੀ ਪ੍ਰਭਾਵਿਤ ਹੋਇਆ। ਮੇਰੀ ਕਹਿਣ ਤੋਂ ਮੁਰਾਦ ਹੈ ਰਾਜਸੀ ਸਿਸਟਮ ਦੀ। ਪੰਜਾਬ ਦੇ ਇੱਕ ਕਦਾਵਰ ਕਵੀ ਨੇ ਨਿਆਂ ਪ੍ਰਣਾਲੀ 'ਤੇ ਬਹੁਤ ਖੂਬਸੂਰਤ ਕਵਿਤਾ ਲਿਖੀ ਹੈ। ਮੈਂ ਕਵਿਤਾ ਦਾ ਗਿਆਨ ਤਾਂ ਨਹੀਂ ਕਰ ਸਕਦਾ, ਪਰ ਉਹਦੀਆਂ ਲਾਈਨਾਂ ਦਾ ਮੰਤਵ ਜਿਹੜਾ ਦੱਸਦਾ ਹੈ ਕਿ ਕਿਸ ਤਰ੍ਹਾਂ ਬੰਦੇ ਨਿਆਂ ਲੈਣ ਲਈ ਅਦਾਲਤਾਂ 'ਚ ਖੜੇ ਬਿਰਖ ਹੋ ਜਾਂਦੇ ਹੈ। ਇਹਨਾਂ ਮੁੱਦਿਆਂ 'ਤੇ ਮੇਰੇ ਨਾਲ ਪੈਨਲ 'ਚ ਨਿਆਂ ਪ੍ਰਣਾਲੀ ਦੇ ਕਦਾਵਰ ਹਸਤੀਆਂ ਕਮਲਜੀਤ ਸਿੰਘ ਜੀ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ, ਜ਼ਿਲ੍ਹਾ ਬਠਿੰਡਾ ਦੇ ਸੀਨੀਅਰ ਐਡਵੋਕੇਟ ਸਤਪਾਲ ਸੈਣੀ ਜੀ, ਰਾਜਸੀ ਤੇ ਸਮਾਜਿਕ ਮੁੱਦਿਆਂ 'ਤੇ ਮਹਾਰਤ ਰੱਖਣ ਵਾਲੇ ਪ੍ਰੋਫੈਸਰ ਮਨਜੀਤ ਸਿੰਘ। ਤਿੰਨੇ ਮਹਿਮਾਨਾਂ ਨੂੰ ਮੈਂ ਤੁਹਾਡੇ ਵੱਲੋਂ ਪੈਨਲ 'ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਕਮਲਜੀਤ ਸਿੰਘ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿੱਦਾਂ ਮੈਂ ਕਿਹਾ ਕਿ ਮੌਜੂਦਾ ਜਿਹੜੀਆਂ ਪ੍ਰਸਥਿਤੀਆਂ ਇਸ ਵੇਲੇ ਜਿਸ ਦੌਰ 'ਚੋਂ ਹਿੰਦੁਸਤਾਨ ਗੁਜ਼ਰ ਰਿਹਾ, ਅਸੀਂ ਪੰਜਾਬੀ ਵੀ ਗੁਜ਼ਰ ਰਹੇ ਹਾਂ, ਜਿਸ ਖਿੱਤੇ 'ਚ ਬੈਠੇ ਹਾਂ, ਇਸ ਦੇ ਨਾਲ ਜਿਹੜਾ ਆਮ ਆਦਮੀ ਦਾ ਜਿਹੜਾ ਨਿਆਂ ਲੈਣ ਦਾ ਸਿਸਟਮ ਹੈ, ਪ੍ਰਣਾਲੀ ਆ, ਉਹ ਕਿੰਨੀ ਕੁ ਪ੍ਰਭਾਵਿਤ ਹੋਈ ਹੈ? ਕਿਉਂਕਿ ਤੁਸੀਂ ਇਸ ਸਿਸਟਮ ਦੇ ਸਾਡੇ ਇਸ ਖਿੱਤੇ ਦੇ ਉੱਪਰਲੇ ਟੰਬੇ 'ਤੇ ਬੈਠੇ ਹੋ। ਜੀ ਕਮਲਜੀਤ ਜੀ। ਸਰ, ਨਿਆਂ ਪ੍ਰਣਾਲੀ ਜਿੱਥੇ ਬਾਕੀ ਬਿਜ਼ਨਸ ਹੋਰ ਪ੍ਰੋਫੈਸ਼ਨ ਇਹਦੇ ਨਾਲ ਪ੍ਰਭਾਵਿਤ ਹੋਏ ਨੇ, ਉਸੇ ਤਰ੍ਹਾਂ ਹੀ ਨਿਆਂ ਪ੍ਰਣਾਲੀ ਵੀ ਬਹੁਤ ਹੱਦ ਤੱਕ ਪ੍ਰਭਾਵਿਤ ਹੈ।
ਹੁਣ ਕੋਈ ਫਿਜ਼ੀਕਲ ਜੀ। ਅਪੀਅਰੈਂਸ ਤੇ ਕਿਸੇ ਕੋਰਟ ਵਿੱਚ ਹੋ ਨਹੀਂ ਰਹੀ। ਜਿਹੜੇ ਵੀ ਜੁਡੀਸ਼ੀਅਲ ਆਫਿਸਰ ਡਿਸਟ੍ਰਿਕਟ ਕੋਰਟ ਸੇ ਪਹਿਲਾਂ ਪਰਮਿਟ ਕਰਦੇ ਸੀ ਥੋੜੀ ਬਹੁਤੀ ਫਿਜ਼ੀਕਲ ਅਪੀਅਰੈਂਸ, ਉਹ ਵੀ ਬਹੁਤ ਪ੍ਰਭਾਵਿਤ ਹੋਏ ਨੇ ਕਿਉਂਕਿ ਜਿਹੜੇ ਕੇਸਿਸ ਨੇ ਉਹ ਬਹੁਤ ਵੱਧ ਗਏ ਨੇ। ਜਿੱਥੋਂ ਤੱਕ ਹਾਈ ਕੋਰਟ ਦਾ ਸੰਬੰਧ ਹੈ, ਸਾਡੀ ਕੋਈ ਇੱਥੇ ਫਿਜ਼ੀਕਲ ਅਪੀਅਰੈਂਸ ਨਹੀਂ ਹੋ ਰਹੀ। ਅਸੀਂ ਇਸ ਬਾਰੇ ਰਿਪਰੈਜ਼ੈਂਟੇਸ਼ਨ ਵੀ ਦਿੱਤੀਆਂ ਆਨਰੇਬਲ ਦਾ ਚੀਫ ਜਸਟਿਸ ਨੂੰ। ਇੱਕ ਕਮੇਟੀ ਵੀ ਬਣਾਈ ਗਈ ਬਾਈ ਦੀ ਆਨਰੇਬਲ ਚੀਫ ਜਸਟਿਸ। ਉਹ ਕਮੇਟੀ ਨੇ ਜਦੋਂ ਸਾਰੀ ਮੈਡੀਕਲ ਰਿਪੋਰਟ ਦਿੱਤੀ, ਸਟੇਟ ਜਸਟਿਸ ਤੋਂ ਰਿਪੋਰਟ ਦਿੱਤੀ, ਕੋਈ ਇੰਨੀ ਅੱਛੀ ਰਿਪੋਰਟ ਨਹੀਂ ਸੀ ਵੀ ਅਸੀਂ ਇਹਦੇ ਨਾਲ ਇਫੈਕਟ ਨਹੀਂ ਹੋਏਗਾ, ਕਿਉਂਕਿ ਜਿਹੜੀਆਂ ਵੀ ਕੋਰਟਸ ਹੈਗੀਆਂ ਨੇ ਉੱਥੇ ਫੁੱਟਬਾਲ ਬਹੁਤ ਹੈ। ਕਲਾਇੰਟਸ ਨੇ ਵੀ ਆਉਣਾ ਹੈ, ਵਕੀਲਾਂ ਨੇ ਵੀ ਆਉਣਾ ਹੈ, ਮੁਨਸ਼ੀ ਵੀ ਨੇ, ਹੋਰ ਸਟਾਫ ਬਹੁਤ ਹੈ ਕੋਰਟਸ ਦਾ। ਸੋ ਉਹ ਉੱਥੇ ਫੁੱਟਬਾਲ ਇੰਨੀ ਜ਼ਿਆਦਾ ਹੋਣ ਕਰਕੇ ਇਹ ਪੋਸੀਬਲ ਨਹੀਂ ਸੀ। ਨਿਆਂ ਪ੍ਰਣਾਲੀ ਜਿਹੜੀ ਤੁਸੀਂ ਯੂਜ਼ ਕੀਤਾ ਹੈ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਇਹ ਕਾਫੀ ਹੱਦ ਤੱਕ ਸਲੋ ਡਾਊਨ ਹੋ ਚੁੱਕੀ ਹੋਈ ਹੈ। ਪਰ ਫਿਰ ਵੀ ਮੈਂ ਸਮਝਦਾ ਜਿੱਥੋਂ ਤੱਕ ਅਰਜੈਂਟ ਮਾਮਲੇ, ਜਿੱਥੇ ਤੱਕ ਅਰਜੈਂਟ ਕੇਸਿਸ ਨੇ, ਐਟਲੀਸਟ ਹਾਈ ਕੋਰਟ ਦੇ ਵਿੱਚ, ਔਰ ਮੈਂ ਸਮਝਦਾ ਡਿਸਟ੍ਰਿਕਟ ਕੋਰਟ ਵਿੱਚ ਵੀ ਇਸ ਤਰ੍ਹਾਂ ਹੀ ਹੋਏਗਾ। ਹਾਈ ਕੋਰਟ ਦੇ ਵਿੱਚ ਇਹ ਸਾਰੇ ਕੇਸਿਸ ਟੇਕ ਅਪ ਹੋ ਰਹੇ ਨੇ, ਜੱਜਿਸ ਬੈਠ ਰਹੇ ਨੇ, ਸਾਰੇ ਪ੍ਰੀਕਾਸ਼ਨਸ ਲੈ ਕੇ ਵੀਡੀਓ ਕਾਨਫਰੰਸ ਦੇ ਰਾਹੀਂ ਪ੍ਰੋਪਰ ਕੇਸਿਸ ਟੇਕ ਅਪ ਹੋ ਰਹੇ ਨੇ। ਔਰ ਜਿੱਥੇ ਕਿਤੇ ਕਿਸੇ ਨੂੰ ਇਮੀਡੀਏਟ ਰਿਲੀਫ ਚਾਹੀਦਾ ਹੈ, ਕਿਸੇ ਕਲਾਇੰਟ ਨੂੰ ਸਟੇ ਚਾਹੀਦੀ ਹੈ, ਕਿਸੇ ਨੂੰ ਬੇਲ ਚਾਹੀਦੀ ਹੈ, ਕੋਈ ਸਸਪੈਂਸ਼ਨ ਆਫ ਸੈਂਟੈਂਸ ਹੈ, ਕੋਈ ਕਿਸੇ ਦਾ ਸੰਗੀਨ ਮੁੱਦਾ ਹੈ, ਇਹ ਸਾਰੇ ਕੇਸਿਸ ਟੇਕ ਅਪ ਹੋ ਰਹੇ ਨੇ। ਪਰ ਇਹਦੇ ਵਿੱਚ ਜਿਹੜੇ ਸਾਡੇ ਪੁਰਾਣੇ ਕੇਸਿਸ ਸੀ, ਮੋਸ਼ਨ ਕੇਸਿਸ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਜਿਹਨਾਂ 'ਚ ਨੋਟਿਸ ਆਫ ਮੋਸ਼ਨ ਹੋ ਚੁੱਕਾ ਹੋਇਆ ਸੀ, ਉਹ ਬਹੁਤੇ ਕੇਸਿਸ ਟੇਕ ਅਪ ਨਹੀਂ ਹੋ ਪਾ ਰਹੇ। ਨਾ ਹੀ ਕੋਈ ਰੈਗੂਲਰ ਕੇਸਿਸ ਟੇਕ ਅਪ ਹੋ ਪਾ ਰਹੇ ਨੇ, ਕਿਉਂਕਿ ਰੈਗੂਲਰ ਕੇਸਿਸ ਤੇ ਜਿਹੜੇ ਰੈਗੂਲਰ ਅਪੀਲਸ ਨੇ, ਇੱਕ ਤੇ ਉਹਨਾਂ ਦੇ ਵਿੱਚ ਟਾਈਮ ਫਰੇਮ ਤੁਸੀਂ ਐਡਜਸਟ ਨਹੀਂ ਕਰ ਸਕਦੇ। ਕਈ ਵਾਰੀ ਇੱਕ ਕੇਸ ਕਾਫੀ ਲੰਬਾ ਹੁੰਦਾ ਹੈ, ਰਿਕਾਰਡ ਹੀ ਬਹੁਤ ਜ਼ਿਆਦਾ ਹੁੰਦਾ ਹੈ, ਉੱਥੇ ਡਾਕੂਮੈਂਟਸ ਜਿਹੜੇ ਨੇ ਉਹ ਸਾਈਟ ਕਰਨੇ ਹੁੰਦੇ ਨੇ, ਐਵੀਡੈਂਸ ਸਾਈਟ ਕਰਨਾ ਹੁੰਦਾ ਹੈ। ਇਸ ਕਰਕੇ ਥੋੜ੍ਹੇ ਜਿਹੇ ਕੇਸਿਸ ਜ਼ਰੂਰ ਪ੍ਰਭਾਵਿਤ ਹੋਏ ਨੇ। ਪਰ ਜਿੱਥੇ ਤੱਕ ਅਰਜੈਂਟ ਮੈਟਰ ਆ ਰਹੇ ਨੇ ਹਾਈ ਕੋਰਟ ਦੇ ਵਿੱਚ, ਉਹ ਟੇਕਅਪ ਜ਼ਰੂਰ ਹੋ ਰਹੇ ਨੇ। ਜੀ ਬਿਲਕੁਲ, ਜਿਹੜਾ ਕਮਲਜੀਤ ਜੀ ਤੁਸੀਂ ਕਹਿ ਰਹੇ ਹੋ ਕਿ ਅਰਜੈਂਟ ਮੈਟਰ ਜਿਹੜਾ ਹੈ ਜ਼ਰੂਰ ਟੇਕਅਪ ਕੀਤਾ ਜਾ ਰਿਹਾ ਹੈ। ਪਰ ਸਵਾਲ ਇਹ ਹੈ ਕਿ ਤੁਹਾਡਾ ਬਹੁਤ ਇੱਕ ਲੰਬਾ ਤਜਰਬਾ ਹੈ ਜੁਡੀਸ਼ਰੀ ਸਿਸਟਮ ਨਾਲ, ਲੰਬੇ ਸਮੇਂ ਤੋਂ ਤੁਸੀਂ ਜੁੜੇ ਹੋਏ ਹੋ, ਸੀਨੀਅਰ ਪੋਜੀਸ਼ਨ 'ਚ ਬੈਠੇ ਹੋ। ਹੇਠਾਂ ਤੋਂ ਲੈ ਕੇ ਜੇ ਗੱਲ ਕਰ ਲਈਏ, ਪਿੰਡਾਂ ਦੀ, ਕਸਬਿਆਂ ਦੀ, ਸ਼ਹਿਰਾਂ ਦੀ, ਜਿਹੜੀ ਹੈਗੀ ਆ ਵੱਖ-ਵੱਖ ਵਰਗਾਂ ਨਾਲ ਜਿਹੜੇ ਜੁੜੇ ਲੋਕ ਹੈ, ਉਹ ਲੰਬੇ ਸਮੇਂ ਤੋਂ ਇਸ ਸਿਸਟਮ ਨਾਲ ਜੁੜੇ ਹੋਏ ਹੈ। ਕਿਸੇ ਦਾ ਕੇਸ ਕਿਸੇ ਪੜਾਅ 'ਤੇ ਖੜ੍ਹਾ ਹੋਏਗਾ, ਕਿਸੇ ਦਾ ਕਿਸੇ 'ਤੇ। ਆਮ ਤੌਰ 'ਤੇ ਹੀ ਬੜਾ ਲੰਬਾ ਸਿਸਟਮ ਹੈ। ਤੁਸੀਂ ਤਾਂ, ਮੈਂ ਤਾਂ ਸਿਰਫ ਤੁਹਾਨੂੰ ਸਵਾਲ ਹੀ ਪੁੱਛ ਰਿਹਾ ਕਿ ਬਹੁਤ ਸਾਲ ਲੰਘ ਜਾਂਦੇ ਹੈ, ਹਜ਼ਾਰਾਂ ਦੀ ਗਿਣਤੀ 'ਚ ਕੇਸ ਜਿਹੜੇ ਹੈਗੇ ਪੈਂਡਿੰਗ ਪਏ ਹੈ, ਅਤੇ ਹੁਣ ਜਦੋਂ ਸਿਲੈਕਟਡ ਕੇਸ ਹੀ ਲਏ ਜਾ ਰਹੇ ਹੈ, ਖਾਸ ਤੌਰ 'ਤੇ ਵੀਡੀਓ ਕਾਨਫਰੰਸ ਦੀ ਜਿਹਦੀ ਤੁਸੀਂ ਗੱਲ ਕਰਦੇ, ਅਰਜੈਂਟ ਕੇਸ ਹੀ ਲਏ ਜਾ ਰਿਹਾ ਹੈ, ਇਹ ਤਾਂ ਜੀ ਫਿਰ ਬਹੁਤ ਇੱਕ ਲੰਬੀ ਕਤਾਰ ਲੱਗ ਜਾਏਗੀ ਕੇਸਾਂ ਦੀ। ਕਿਵੇਂ ਦੇਖਦੇ ਹੋ ਜੇ ਇਹ ਸਿਸਟਮ ਕੁਝ ਹੋਰ ਮਹੀਨੇ ਚੱਲਿਆ ਰਿਹਾ ਤਾਂ ਕਿੱਦਾਂ ਦੀ ਪ੍ਰਸਥਿਤੀ ਬਣ ਜਾਏਗੀ ਨਿਆਂ ਲੈਣ ਲਈ ਆਮ ਲੋਕਾਂ ਵਾਸਤੇ? ਸਰ, ਐਜ਼ ਇਟ ਇਜ਼ ਜਿਹੜੇ ਕੇਸਿਸ ਨੇ ਉਹ ਸਾਡੇ ਕੰਟਰੀ ਦੇ ਵਿੱਚ ਬੜੀ ਡਿਲੇ ਹੈਗੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਹੁਣ ਜੋ ਹੋ ਚੁੱਕਾ ਹੈ, ਇਹਨੂੰ ਅਸੀਂ ਹੁਣ ਕਿਸੇ ਨੂੰ ਐਟਰੀਬਿਊਟ ਨਹੀਂ ਕਰ ਸਕਦੇ ਵੀ ਇਹਦਾ ਕਾਰਨ ਕਿਸੇ ਨੂੰ, ਜੱਜਿਸ ਨੂੰ ਕਹੀਏ ਜਾਂ ਕੋਈ ਸਾਇਲ ਨੂੰ ਕਹੀਏ ਜਾਂ ਕਹੀਏ ਵਕੀਲਾਂ ਦੇ ਪਾਰਟੀ ਦੀ ਕੋਈ ਗਲਤੀ ਹੈ। ਇਹ ਕੋਈ ਅਨਫੋਰਚੂਨੇਟਲੀ 102 ਸਾਲਾਂ ਦੇ ਬਾਅਦ ਜੋ ਮੈਂ ਵੇਖਿਆ ਹੈ ਦੁਨੀਆ ਦੇ ਵਿੱਚ ਇੱਕ ਕੋਵਿਡ-19 ਦੀ ਸਿਚੁਏਸ਼ਨ ਆਈ ਹੈ। ਇਸ ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ 1918 ਦੇ ਵਿੱਚ ਇਹ ਸਿਚੁਏਸ਼ਨ ਸਪੈਨਿਸ਼ ਫਲੂ ਦੇ ਨਾਮ ਤੇ ਆਈ ਸੀ। ਔਰ ਉਸ ਵੇਲੇ ਵੀ ਪੈਂਡੇਮਿਕ ਇੰਨਾ ਵਰਲਡ ਵਾਈਡ ਸੀ, ਇੰਡੀਆ ਦੇ ਵਿੱਚ ਜਿਹਨੂੰ ਪ੍ਰਭਾਵਿਤ ਕੀਤਾ, ਜਿਹਨੂੰ ਅਸੀਂ ਕਈ ਵਾਰੀ ਬੰਬੇ ਫੀਵਰ ਦਾ ਨਾਮ ਵੀ ਦਿੰਦੇ ਆ, ਕਿ ਐਟਲੀਸਟ ਉਦੋਂ ਵੀ 10 ਮਿਲੀਅਨ ਲੋਕਾਂ ਤੋਂ ਜ਼ਿਆਦਾ ਪ੍ਰਭਾਵਿਤ ਸਨ, ਮੌਤਾਂ ਹੋਈਆਂ। ਇਸ ਕਰਕੇ ਇਸ ਵੇਲੇ ਜਦ ਤੱਕ ਇਹ ਵੈਕਸੀਨ ਨਹੀਂ ਆਉਂਦਾ, ਜਿਹੜਾ ਹੁਣ ਅਸੀਂ ਸੁਣ ਰਹੇ ਹਾਂ ਕਿ ਵੈਕਸੀਨ ਕਾਫੀ ਫਾਈਨਲ ਸਟੇਜਿਸ ਤੇ ਹੈ, ਹਿਊਮਨ ਟ੍ਰਾਇਲਸ ਦੇ ਉੱਪਰ ਚੱਲ ਰਿਹਾ ਹੈ, ਡਿਫਰੈਂਟ ਸਟੇਜਿਸ ਦੇ ਉੱਤੇ, ਉਨੀ ਦੇਰ ਤੱਕ ਜ਼ਰੂਰ ਪ੍ਰਭਾਵਿਤ ਹੈ। ਇਹਦੇ ਵਿੱਚ ਜ਼ਰੂਰ ਫਰਦਰ ਡਿਲੇ ਹੋ ਰਹੀ ਹੈ, ਈਵਨ ਕੋਰਟਸ ਨੂੰ ਪ੍ਰੋਪਰ ਫੰਕਸ਼ਨ ਨਹੀਂ ਕਰ ਪਾ ਰਹੀਆਂ। ਜੀ ਬਿਲਕੁਲ, ਜਿਹੜਾ ਹੈਗਾ ਵੈਕਸੀਨ ਦੀ ਜਦੋਂ ਗੱਲ ਕਰਦੇ ਹਾਂ ਆਪਾਂ, ਉਸ ਮੁੱਦੇ 'ਤੇ ਇੱਕ ਵੱਖਰਾ ਸਬਜੈਕਟ ਹੈਗਾ, ਬਿਲਕੁਲ ਦੁਨੀਆ ਭਰ ਦੇ 'ਚ ਇੰਤਜ਼ਾਰ ਹੈ। ਸੈਣੀ ਸਾਹਿਬ, ਤੁਸੀਂ ਜ਼ਿਲ੍ਹਾ ਬਠਿੰਡਾ 'ਚ ਬੈਠੇ ਹੋ, ਉੱਥੇ ਜਿਹੜਾ ਹੈਗਾ ਪੇਂਡੂ ਪੱਧਰ ਦੇ ਜਿਹੜੇ ਕਲਾਇੰਟ ਹੈ, ਲੋਕ ਜਿਹੜੇ ਨਿਆਂ ਲੈਣ ਲਈ ਕਚਹਿਰੀਆਂ ਨਾਲ ਜੁੜੇ ਹੋਏ ਹੈ। ਖਾਸ ਤੌਰ 'ਤੇ ਜਦੋਂ ਆਪਾਂ, ਜਿੱਦਾਂ ਕਮਲਜੀਤ ਜੀ ਨੇ ਗੱਲ ਕੀਤੀ ਹੈ, ਜੇ ਆਪਾਂ ਹੇਠਲੀ ਪੱਧਰ 'ਤੇ ਗੱਲ ਕਰਦੇ ਹਾਂ, ਜ਼ਿਲ੍ਹਾ ਪੱਧਰ ਦੀ ਜਾਂ ਜ਼ਿਲ੍ਹਾ ਤੋਂ ਜਿਹੜੀਆਂ ਹੇਠਲੀਆਂ ਕਚਹਿਰੀਆਂ ਹੈ, ਉੱਥੇ ਕਿਹੋ ਜਿਹਾ ਸੀਨ ਹੈ? ਕਿਉਂਕਿ ਉੱਥੇ ਲੋਕਾਂ ਨੂੰ ਲੱਗਦਾ ਹੈ ਹੋਰ ਵੀ ਜ਼ਿਆਦਾ ਮੁਸ਼ਕਿਲਾਂ, ਕਿਉਂਕਿ ਉਹਨਾਂ ਨੂੰ ਸਮਝ ਹੀ ਨਹੀਂ ਹੁੰਦੀ ਕਿ ਸਿਸਟਮ 'ਚ ਕਿਵੇਂ ਚੱਲਣਾ ਹੈ ਜਾਂ ਕਿਵੇਂ ਸਾਨੂੰ ਨਿਆਂ ਮਿਲੇਗਾ।
ਉੱਥੇ ਤਾਂ ਪਹਿਲਾਂ ਹੀ ਕੋਈ ਬਹੁਤੀਆਂ ਜਾਣਕਾਰੀਆਂ ਲੋਕਾਂ ਨੂੰ ਹੁੰਦੀਆਂ ਨਹੀਂ। ਜੀ ਸੈਣੀ ਸਾਹਿਬ। ਜੀ ਸਰ, ਅੱਛਾ ਇਦਾਂ ਜੀ, ਜਿਹੜਾ ਮੰਨ ਲਓ ਡਿਸਟ੍ਰਿਕਟ ਕੋਰਟ ਦਾ ਕੰਮ ਹੈ ਜਾਂ ਲੋਅਰ ਕੋਰਟ ਦਾ ਕੰਮ ਹੈ ਜੀ, ਉਹ ਸਿਰਫ ਜਿਵੇਂ ਸਾਡੇ ਰਣ ਦੋਸਤ ਨੇ ਦੱਸਿਆ ਹੀ ਹੈ, ਹਾਈ ਕੋਰਟ ਵਾਲਾ ਕਿੱਦਾਂ ਕੰਮ ਉਹਨਾਂ ਦਾ ਚੱਲ ਰਿਹਾ, ਪਰ ਸਾਡੇ ਜਿਹੜਾ ਇੱਥੇ ਲੋਅਰ ਕੋਰਟ ਦਾ ਕੰਮ ਚੱਲ ਰਿਹਾ ਜੀ, ਉਹ ਅਰਜੈਂਟ ਮੈਟਰ ਦਾ ਹੀ ਚੱਲ ਰਿਹਾ ਹੈ। ਰੈਗੂਲਰ ਕੋਰਟ ਦੇ ਜਿਹੜੇ ਕੰਮ ਹੈ ਉਹ ਬਿਲਕੁਲ ਹੀ ਠੱਪ ਪਏ ਆ ਜੀ। ਜਿਵੇਂ ਅਰਜੈਂਟ ਮੈਟਰ ਦੇ ਵਿੱਚ ਬੇਲ ਮੈਟਰ ਆ ਗਿਆ ਜੀ, ਕੋਈ ਬੇਲ ਮੈਟਰ ਦੇ ਵਿੱਚ ਵੀ ਕਾਫੀ ਡਿਲੇ ਹੋ ਗਿਆ ਜੀ। ਬਿਨਾਂ ਵਜ੍ਹਾ ਜਿਹੜੀ ਹਰਾਸਮੈਂਟ ਵੱਧ ਗਈ, ਬਿਨਾਂ ਵਜ੍ਹਾ ਅਗਲੇ ਨੂੰ ਜੇਲ੍ਹ ਜ਼ਿਆਦਾ ਸਮਾਂ ਰਹਿਣਾ ਪੈ ਗਿਆ। ਸਿਰਫ ਲੋਅਰ ਕੋਰਟ ਦੇ ਵਿੱਚ ਕੰਮ ਜਿਹੜਾ ਚੱਲ ਰਿਹਾ ਹੈ ਜੀ, ਉਹ ਅਰਜੈਂਟ ਵਾਲੇ ਚੱਲ ਰਿਹਾ ਹੈ। ਜਾਂ ਮੰਨ ਲਓ ਕੋਈ ਕੰਪਰੋਮਾਈਜ਼ ਹੋਇਆ ਹੈ, ਜਿਵੇਂ ਡਾਈਵੋਰਸ ਵਾਲਾ ਹੋ ਗਿਆ ਜੀ, ਮਿਊਚੁਅਲ ਕੰਸੈਂਟ ਵਾਲਾ, ਉਹਦੀਆਂ ਜਿਹੜੀਆਂ ਸਟੇਟਮੈਂਟਾਂ ਹੋ ਜਾਂਦੀਆਂ, ਫਸਟ ਵੀ ਹੋ ਜਾਂਦੀ ਹੈ, ਸੈਕੰਡ ਮੋਸ਼ਨ ਵੀ ਹੋ ਜਾਂਦਾ ਹੈ। ਰੈਗੂਲਰ ਕੰਮ ਜਿਹੜਾ ਹੈਗਾ ਉਹ ਬਿਲਕੁਲ ਹੀ ਠੱਪ ਪਿਆ ਜੀ, ਬਿਲਕੁਲ ਹੀ ਠੱਪ ਪਿਆ ਹੈ। ਉਹਦੇ ਨਾਲ ਹਰਾਸਮੈਂਟ ਤਾਂ ਵਧੀ ਹੈਗੀ ਹੈ ਜੀ। ਜੀ ਜੀ ਅੱਛਾ, ਇੱਕ ਤੁਸੀਂ ਕਹਿ ਰਹੇ ਹੋ ਕਿ ਹਰਾਸਮੈਂਟ ਜੀ ਜੀ ਕੰਪਰੋਮਾਈਜ਼ ਹੋ ਗਿਆ ਜੀ ਪਾਰਟੀਆਂ ਦਾ। ਕੰਪਰੋਮਾਈਜ਼ ਜੇ ਉਹਦਾ ਜਲਦੀ ਫੈਸਲਾ ਹੋ ਜਾਂਦਾ ਕੇਸ ਦਾ ਤਾਂ ਉਹ ਕੰਪਰੋਮਾਈਜ਼ ਸਿਰੇ ਚੜ ਜਾਣਾ ਸੀ ਜੀ। ਡਿਲੇ ਹੋਣ ਦੇ ਨਾਲ ਉਹਨਾਂ ਦੇ ਕਈਆਂ ਦੇ ਕੰਪਰੋਮਾਈਜ਼ ਵੀ ਟੁੱਟ ਗਏ ਜੀ, ਸ਼ਾਦੀਆਂ ਰੁਕ ਗਈਆਂ ਵਿੱਚੇ ਜੀ, ਕਿਸੇ ਦਾ ਅਗਲਾ ਨਵਾਂ ਘਰ ਲੱਭਣਾ ਸੀ, ਸਾਰਾ ਜਿਹੜਾ ਹੈਗਾ ਉਹ ਸਿਸਟਮ ਜਿਹੜਾ ਹੈਗਾ ਉਹ ਅਪਸੈਟ ਹੋ ਗਿਆ ਜੀ। ਜਿੱਥੋਂ ਤੱਕ ਰੈਵਨਿਊ ਕੋਰਟ ਆ ਗਿਆ ਜੀ, ਹੁਣ ਸਾਡੇ ਤਾਂ ਰੈਵਨਿਊ ਕੋਰਟ ਨੇ ਵੀ ਪ੍ਰਭਾਵਿਤ ਕੀਤਾ ਹੈ ਬਿਲਕੁਲ ਗਰਾਊਂਡ ਲੈਵਲ ਤੇ ਜੀ। ਉਹਦੇ 'ਚ ਜਿਹੜੀਆਂ ਪੰਜਾਬ ਸਰਕਾਰ ਨੇ ਸਿਰਫ ਜਿਹੜੀਆਂ ਰਜਿਸਟਰੀਆਂ ਨਾ ਜੀ, ਬੈ ਦੀਆਂ ਰਜਿਸਟਰੀਆਂ, ਉਹ ਹੀ ਚਾਲੂ ਕਰ ਰੱਖੀਆਂ ਜਿਹਦੇ 'ਚ ਸਰਕਾਰ ਨੂੰ ਰੈਵਨਿਊ ਆ ਰਿਹਾ ਜੀ। ਜਿਹੜਾ ਆਮ ਕੰਮ ਹੈਗਾ, ਜਿਵੇਂ ਬਲੱਡ ਰਿਲੇਸ਼ਨ ਵਾਲੀ ਕੋਈ ਰਜਿਸਟਰੀ ਸੀਗੀ ਜੀ, ਪਿਤਾ ਤੋਂ ਉਹਦੇ ਬੇਟੇ ਨੂੰ ਹੋ ਜਾਣੀ ਸੀ, ਉਹ ਬਿਲਕੁਲ ਜਿਹੜਾ ਹੈਗਾ ਉਹ ਠੱਪ ਪਿਆ ਕੰਮ ਜੀ। ਜੀ ਜੀ ਸਿੰਘ ਸਾਹਿਬ, ਮੈਂ ਦੋ ਮੁੱਦਿਆਂ ਤੇ ਜਿਹੜੇ ਛੋਟੇ ਛੋਟੇ ਸਵਾਲ ਲਵਾਂਗਾ। ਤੁਸੀਂ ਜਿੱਦਾਂ ਕਿਹਾ ਕਿ ਰਜਿਸਟਰੀਆਂ ਜਿਹੜੀਆਂ ਹੈਗੀਆਂ ਰੈਵਨਿਊ ਦੀਆਂ ਸ਼ੁਰੂ ਹੋ ਗਈਆਂ, ਉਹਦੇ ਨਾਲ ਸਰਕਾਰ ਦੀ ਆਮਦਨ ਵੀ ਸ਼ੁਰੂ ਹੋ ਗਈ ਹੈ। ਲੱਗਦਾ ਸਰਕਾਰ ਦੀ ਆਮਦਨ ਤਾਂ ਸ਼ੁਰੂ ਹੋਈ ਗਈ, ਰਜਿਸਟਰੀਆਂ ਦੇ ਨਾਲ ਕਿਸੇ ਪੱਧਰ ਤੇ ਜਿਹੜੇ ਮਾਲ ਅਧਿਕਾਰੀ ਆ ਉਹਨਾਂ ਦੀ ਆਮਦਨ ਵੀ ਜ਼ਰੂਰ ਸ਼ੁਰੂ ਹੋਏਗੀ। ਇਸ ਕਰਕੇ ਸਰਕਾਰ ਦੇ ਨਾਲ ਨਾਲ ਅਧਿਕਾਰੀਆਂ ਦੀ ਜਿਹੜੀ ਆਮਦਨ ਹੈ ਉਹਦੇ 'ਚ ਵੀ ਵਾਧਾ ਹੋ ਰਿਹਾ। ਕੀ ਲੱਗਦਾ ਕਿ ਇਸ ਕਰਕੇ ਰਜਿਸਟਰੀਆਂ ਦਾ ਖੋਲ੍ਹਣਾ ਤਾਂ ਬੜਾ ਫਾਇਦੇਮੰਦ ਹੋਏਗਾ, ਪਰ ਸਮਾਜਿਕ ਤੌਰ 'ਤੇ ਜਿਹੜੀਆਂ ਪ੍ਰਸਥਿਤੀਆਂ ਬਣੀਆਂ ਵੀਆਂ, ਜਿੱਦਾਂ ਤੁਸੀਂ ਕਹਿ ਰਹੇ ਕਿ ਜੇ ਫੈਸਲੇ ਹੁੰਦੇ ਸੀ ਉਹ ਫੈਸਲੇ ਰੁਕ ਗਏ ਹੈ, ਆਪਸ ਵਿੱਚ ਸਹਿਮਤੀ ਬਣਦੀ ਸੀ ਤਾਂ ਉਹ ਸਹਿਮਤੀ ਹੁਣ ਪਤਾ ਨਹੀਂ ਹੋਏਗੀ ਕਿ ਨਹੀਂ ਹੋਏਗੀ, ਟੁੱਟ ਫੁੱਟ ਹੋ ਜਾਏਗੀ ਜਾਂ ਨੈਗੇਟਿਵ ਫੋਰਸਿਸ ਉਹਦੇ 'ਚ ਸ਼ਾਮਲ ਹੋ ਜਾਣੀਆਂ। ਇਹਦਾ ਇਹ ਵੀ ਇੱਕ ਮੈਸੇਜ ਆਉਂਦਾ ਹੈ ਕਿ ਸਮਾਜਿਕ ਤੌਰ 'ਤੇ ਵੀ ਇਹਨਾਂ ਦਿਨਾਂ ਦਾ ਬਹੁਤ ਵੱਡਾ ਨੈਗੇਟਿਵ ਅਸਰ ਜਾ ਰਿਹਾ ਹੈ, ਸਮਾਜ ਦੇ ਭਾਈਚਾਰੇ 'ਤੇ ਵੀ ਬੁਰੀ ਤਰ੍ਹਾਂ ਪ੍ਰਭਾਵ ਪੈ ਰਿਹਾ ਹੈ। ਠੀਕ ਹੈ ਇਹ ਗੱਲ? ਜੀ ਬਿਲਕੁਲ ਬਿਲਕੁਲ ਸਿੱਧੂ ਸਾਹਿਬ, ਇਹਦੇ ਨਾਲ ਜਿਹੜਾ ਮੰਨ ਲਓ ਲੋਕਾਂ ਦਾ ਜਿਹੜਾ ਸੀਗਾ ਕਾਫੀ ਉਹਨਾਂ ਨੂੰ ਪਰੇਸ਼ਾਨੀ ਵਧੀ ਹੈਗੀ ਹੈ ਜੀ। ਇਹਦੇ ਨਾਲ ਲਿਟੀਗੈਂਟਸ ਦੀ ਵੀ ਕਾਫੀ ਪਰੇਸ਼ਾਨੀ ਵਧੀ ਹੈ। ਇਸ ਤੋਂ ਇਲਾਵਾ ਜਿਹੜਾ ਸਾਡਾ ਆਪਦਾ ਭਾਈਚਾਰਾ ਹੈਗਾ ਜੀ, ਸਾਡੇ ਜਿਹੜੇ ਜੂਨੀਅਰ ਐਡਵੋਕੇਟਸ ਹੈਗੇ ਆ ਜੀ, ਉਹਨਾਂ ਦਾ ਵੀ ਕਾਫੀ ਹੱਦ ਤੱਕ ਜਿਹੜੇ ਹੈਗੇ ਆ ਉਹ ਪ੍ਰਭਾਵਿਤ ਹੋਏ ਆ। ਕਿਉਂਕਿ ਸਾਡੇ ਮੰਨ ਲਓ ਐਡਵੋਕੇਟ ਰੂਲਸ ਦੇ ਮੁਤਾਬਕ ਤੁਸੀਂ ਕੋਈ ਬਿਜ਼ਨਸ ਨਹੀਂ ਕਰ ਸਕਦੇ ਜੀ ਆਪਦਾ, ਇਹ ਸਟ੍ਰਿਕਟ ਰੂਲ ਹੈ, ਤੁਹਾਨੂੰ ਆਪਦਾ ਪ੍ਰੋਫੈਸ਼ਨ ਹੀ ਕਰਨਾ ਪੈਣਾ ਹੈ। ਇਸ ਕਰਕੇ ਜਿਹੜੇ ਸਾਡੇ ਸੀਗੇ ਜੂਨੀਅਰ ਐਡਵੋਕੇਟ ਸੀਗੇ ਜੀ, ਉਹਨਾਂ ਨੂੰ ਵੀ ਕਾਫੀ ਜਿਹੜਾ ਹੈਗਾ ਉਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੀ। ਜੀ ਸਿੰਘ ਸਾਹਿਬ, ਜਿਹੜੇ ਵੀਡੀਓ ਕਾਨਫਰੰਸ ਰਾਹੀਂ ਤੁਸੀਂ ਗੱਲ ਕਰਦੇ ਹੋ ਕਿ ਕੋਰਸ ਅਟੈਂਡ ਕਰਦੇ ਹੋ, ਉਹਦੇ ਨਾਲ ਤਾਂ ਫਿਰ ਬੜਾ ਸੀਮਿਤ ਜੀ ਪ੍ਰਕਿਰਿਆ ਜਾਰੀ ਰਹਿ ਸਕਦੀ ਹੈ। ਕੋਈ ਵੱਡੀ ਪੱਧਰ 'ਤੇ ਨਾ ਤਾਂ ਉੱਥੇ ਜਿਹੜਾ ਤੁਹਾਡੇ ਕਲਾਇੰਟ ਆਉਂਦੇ ਹੈ, ਨਾ ਕੋਈ ਉਸ ਤਰ੍ਹਾਂ ਦੀ ਜਿਹੜੀਆਂ ਡਿਸਕਸ਼ਨ ਹੋ ਸਕਦੀਆਂ ਜਿੱਦਾਂ ਤੁਸੀਂ ਫੇਸ ਟੂ ਫੇਸ ਜੱਜ ਦੇ ਸਾਹਮਣੇ ਖੜ੍ਹੇ ਹੋ ਕੇ ਗੱਲ ਕਰਦੇ ਹੋ। ਕੀ ਜਿਹੜਾ ਵੀਡੀਓ ਕਾਨਫਰੰਸ ਹੈਗੀ ਹੈ, ਠੀਕ ਹੈ ਕਿ ਐਮਰਜੈਂਸੀ ਜਿਹਨਾਂ ਪ੍ਰਸਥਿਤੀਆਂ 'ਚ ਚਾਲੂ ਹੈ, ਵੀਡੀਓ ਕਾਨਫਰੰਸ ਰਾਹੀਂ ਜਿਹੜੀ ਜੱਜਿਸ ਦੇ ਨਾਲ ਡਿਸਕਸ਼ਨ ਹੈ, ਇਹ ਕੋਈ ਬਦਲ ਬਣ ਸਕਦੀ ਹੈ? ਬਦਲ ਤਾਂ ਨਹੀਂ ਹੋ ਸਕਦੀ ਇਹ? ਬਦਲ ਦੇਖੋ ਜੀ ਬਹੁਤ ਮੁਸ਼ਕਲ ਹੈ ਜੀ, ਇੰਡੀਆ ਦੇ ਵਿੱਚ ਤਾਂ ਬਹੁਤ ਹੀ ਮੁਸ਼ਕਲ ਹੈ ਜੀ। ਕਿਉਂਕਿ ਜਿਹੜੀ ਰੈਗੂਲਰ ਹੀਅਰਿੰਗ ਹੈ ਨਾ ਜੀ, ਉਹਦੇ ਵਾਸਤੇ ਤਾਂ ਫੇਸ ਟੂ ਫੇਸ ਹੋਣਾ ਹੀ ਜਿਹੜਾ ਹੈਗਾ ਉਹ ਬੈਟਰ ਹੈਗਾ ਜੀ। ਉਹਦੇ ਨਾਲ ਹੀ ਸਾਰਿਆਂ ਦੀ ਸੈਟੀਸਫੈਕਸ਼ਨ ਵੀ ਹੈ, ਐਡਵੋਕੇਟਸ ਦੀ ਵੀ ਹੈ, ਜੱਜਿਸ ਦੀ ਵੀ ਹੈ, ਲਿਟੀਗੈਂਟਸ ਦੀ ਵੀ ਹੈ ਜੀ। ਜਿਹੜਾ ਵਰਚੁਅਲ ਹੀਅਰਿੰਗ ਹੈ ਨਾ ਜੀ, ਉਹ ਤਾਂ ਸਿਰਫ ਇੱਕ ਕਹਿ ਲਓ ਵੀ ਕੁਝ ਸਮੇਂ ਵਾਸਤੇ ਹੈਗੀ ਹੈ ਜੀ। ਜੇ ਇਹਨੂੰ ਆਪਾਂ ਲੰਮੇ ਸਮੇਂ ਵਾਸਤੇ, ਮੈਨੂੰ ਨਹੀਂ ਲੱਗਦਾ ਵੀ ਇਹ ਸਫਲ ਹੋ ਸਕਦੀ ਹੈ ਸਾਡੇ ਲੋਅਰ ਲੈਵਲ ਤੇ। ਤਾਂ ਹੁਣ ਹਾਈ ਕੋਰਟ ਵਾਲੇ
ਜੋ ਦੱਸਦੇ ਆ ਵਕੀਲ ਸਾਹਿਬ ਉਹ ਆਪਣਾ ਇਹਨਾਂ ਦਾ ਵਿਊ ਹੋਊਗਾ। ਪਰ ਸਾਡੇ ਲੋਅਰ ਕੋਰਟ 'ਚ ਤਾਂ Okay. ਕਲਾਇੰਟ ਦੀ ਉਹਨਾਂ ਚਿਰ ਬਿਲਕੁਲ ਹੀ ਤਸੱਲੀ ਨਹੀਂ ਹੁੰਦੀ ਜੀ ਜਿੰਨਾ ਚਿਰ ਉਹਦੇ ਸਾਹਮਣੇ ਕੋਈ ਅਸੀਂ ਆਰਗੂ ਨਾ ਕਰੀਏ ਜੀ। ਓਕੇ, ਜੀ। ਥੈਂਕ ਯੂ ਵੈਰੀ ਮਚ ਪ੍ਰੋਫੈਸਰ ਮਨਜੀਤ ਸਿੰਘ ਜੀ। ਜੋ ਪ੍ਰਸਥਿਤੀਆਂ ਬਣੀਆਂ ਹੈ, ਤੁਸੀਂ ਸਾਡੇ ਐਡਵੋਕੇਟ ਸਾਹਿਬ ਜਿਹੜੇ ਮਿੱਤਰ ਇਸ ਵੇਲੇ ਜੇ ਗੈਸਟ ਬੈਠੇ ਹੈ ਉਹਨਾਂ ਦੇ ਕਮੈਂਟਸ ਵੀ ਸੁਣੇ ਹੈ। ਸਮਾਜਿਕ ਤੌਰ ਤੇ ਜਿੱਦਾਂ ਸੈਣੀ ਸਾਹਿਬ ਨੇ ਵੀ ਕਿਹਾ, ਕਮਲਜੀਤ ਜੀ ਨੇ ਵੀ ਕਿਹਾ ਕਿ ਕਿੱਡਾ ਵੱਡਾ ਇੰਪੈਕਟ, ਬੇਸ਼ੱਕ ਇਹਦੇ ਲਈ ਉਹਨਾਂ ਦਾ ਕਹਿਣਾ ਕਿ ਜੁਡੀਸ਼ਰੀ ਜ਼ਿੰਮੇਵਾਰ ਨਹੀਂ ਹੈ, ਪਰ ਜੋ ਪ੍ਰਸਥਿਤੀਆਂ ਬਣੀਆਂ ਕਿੱਦਾਂ ਪ੍ਰਭਾਵਿਤ ਕਰ ਰਹੀਆਂ, ਸਮਾਜ ਵੀ ਕਿੱਦਾਂ ਦੇ ਵਿਖੇੜੇ ਖੜੇ ਹੋ ਰਿਹਾ ਔਰ ਕਿੱਦਾਂ ਲੋਕੀ ਨਿਆਂ ਦੇ ਲਈ ਦਰ ਲੰਬਾ ਸਮਾਂ ਰੋਲਣਗੇ ਆਉਣ ਵਾਲੇ ਸਮਿਆਂ 'ਚ। ਪ੍ਰੋਫੈਸਰ ਮਨਜੀਤ ਸਿੰਘ ਜੀ। ਨਹੀਂ ਮੈਨੂੰ ਸਿੱਧੂ ਸਾਹਿਬ ਤੁਸੀਂ ਤੇ ਇੰਜ ਕਹਿ ਰਹੇ ਆ ਕਿ ਪਹਿਲਾਂ ਇੱਕ ਤੇ ਤੁਸੀਂ ਸੁਰਜੀਤ ਪਾਤਰ ਦੀ ਕਵਿਤਾ ਦੇ ਨਾਲ ਲਾਈਨ ਦੇ ਨਾਲ ਸ਼ੁਰੂ ਕੀਤਾ ਕਿ ਜਿਹੜੇ ਫੈਸਲੇ ਡੀਕਦੇ ਲੋਕ ਦਰਖਤ ਬਣ ਜਾਂਦੇ ਆ, ਤੇ ਉਹ ਗੱਲ ਅੱਜ ਵੀ ਠੀਕ ਹੈ, ਉਹ ਪਹਿਲਾਂ ਵੀ ਠੀਕ ਸੀ। 3 ਕਰੋੜ ਉਹਦਾ ਦਰਖਤ ਸੁਰਜੀਤ ਪਾਤਰ ਵੇਲੇ ਤਾਂ ਦਰਖਤ ਬਣੇ ਸੀ, ਹੁਣ ਕਰੋਨਾ 'ਚ ਤਾਂ ਮੈਨੂੰ ਲੱਗਦਾ ਪੱਥਰ ਹੀ ਬਣ ਜਾਣਗੇ, ਉਹ ਬਿਲਕੁਲ ਕੋਲਾ ਬਣ ਜਾਣਗੇ। ਔਰ ਉਹਦੇ 'ਚ ਕਲਾਇੰਟ ਨਹੀਂ ਇਕੱਲੇ ਬਣਨਗੇ, ਜਿਹੜੇ ਸਾਡਾ ਜੁਡੀਸ਼ੀਅਲ ਸਿਸਟਮ ਦੇ ਵਿੱਚ ਵੀ ਕਈਆਂ ਦਾ ਕੋਲਾ ਬਣੂਗਾ। ਇਹ ਕਿਉਂਕਿ ਪ੍ਰਭਾਵ ਇਹੋ ਜਿਹਾ, ਇਹ ਛੇਤੀ ਚੁੱਕਿਆ ਨਹੀਂ ਜਾਣਾ। ਵਾਇਰਸ ਕੋਈ ਇਹੋ ਜਿਹੀ ਤੇ ਹੈ ਨਹੀਂ ਕਿ ਸ਼ੇਰ ਆਣ ਬੜਿਆ ਤੇ ਡਾਂਗਾ ਨਾ ਮਾਰ ਦੋਗੇ ਜਾਂ ਗੋਲੀ ਨਾ ਮਾਰ ਦੋਗੇ ਜਾਂ ਫੜ ਕੇ ਬਾਹਰ ਸੁੱਟ ਦੋਗੇ। ਇਹਦੇ ਵਿੱਚੇ ਤੁਰੀ ਫਿਰਨੀ ਆ, ਇਸ ਨੂੰ ਖਤਮ ਨਹੀਂ ਕਰ ਸਕਦੇ, ਵੈਕਸੀਨ ਆਵੇ ਜਾਂ ਨਾ ਆਵੇ। ਇਸ ਲਈ ਇਹ ਤੇ ਨਵੀਆਂ ਪਰਿਸਥਿਤੀਆਂ 'ਚ ਨਵੇਂ ਤਰੀਕੇ ਦੀ ਸੋਚ ਸਾਨੂੰ ਬਣਾਉਣੀ ਪੈਣੀ। ਮੈਂ ਬਰੀਫ ਦੇ ਵਿੱਚ ਇਹ ਕਹਿਣਾ ਚਾਹੁੰਦਾ ਹਾਂ, ਜੇ ਮੇਰਾ ਜਿਹੜਾ ਟੇਕ ਹੈ, ਨੰਬਰ 1 ਕਿ ਜਦੋਂ ਕਰੋਨਾ ਨਹੀਂ ਵੀ ਸੀ ਉਦੋਂ ਵੀ ਜੁਡੀਸ਼ੀਅਲ ਸਿਸਟਮ ਸਾਡਾ ਦੁਨੀਆ ਦੇ ਵਿੱਚੋਂ ਇਸ ਗੱਲ ਲਈ ਜਾਣਿਆ ਜਾਂਦਾ ਕਿ ਮੋਸਟ ਇਨਐਫੀਸ਼ੀਐਂਟ, ਸਭ ਤੋਂ ਸਲੋ ਚੱਲਣ ਵਾਲਾ ਜਿਹੜਾ ਨਾ ਕਛੂਏ ਦੀ ਚਾਲ। 3 ਕਰੋੜ ਪੈਂਡਿੰਗ ਕੇਸ, 65,000 ਕੇਸ ਪੈਂਡਿੰਗ ਸੁਪਰੀਮ ਕੋਰਟ ਦੇ ਵਿੱਚ, 40 ਲੱਖ ਕੇਸ ਜਿਹੜੇ ਪੈਂਡਿੰਗ ਹਾਈ ਕੋਰਟਾਂ 'ਚ। ਇਹ ਤੇ ਹਾਲਾਤ ਸਾਡੇ ਦੇਸ਼ ਦੀ ਉਦੋਂ ਸੀਗੀ ਜਦੋਂ ਅਜੇ ਕਰੋਨਾ ਵਾਇਰਸ ਸੀਗਾ ਹੀ ਨਹੀਂ। ਹੁਣ ਜਿਹੜਾ ਹੋ ਰਿਹਾ ਕਿ ਨਾ ਗਾਂ ਡਿਸਪੋਜ਼ਲ ਹੋ ਰਿਹਾ, ਨਾ ਨਵੇਂ ਕੇਸ ਜਿਹੜੇ ਆ ਸਪਲਾਈ ਪਿੱਛੋਂ ਆ ਰਹੀ ਆ। ਇਹਦੇ ਨਾਲ ਜਿਹੜਾ ਇਹ ਪੂਰਾ ਸਿਸਟਮ ਆ, ਤੁਸੀਂ ਇੰਜ ਪੇਸ਼ ਕਰ ਰਹੇ ਆ ਵੀ ਜਿਵੇਂ ਪਹਿਲਾਂ ਬਹੁਤ ਇਨਸਾਫ ਨਾਲ ਲੋਕ ਲੁੱਡੀਆਂ ਪਾਉਂਦੇ ਕੋਰਟਾਂ 'ਚ ਆਉਂਦੇ। ਇਸ ਤਰ੍ਹਾਂ ਨਹੀਂ ਹੈ, ਕੇਸ ਟੈਕਨੀਕਲੀ ਡਿਸਾਈਡ ਹੁੰਦੇ ਸਵਾਲ ਇਹ ਨਹੀਂ ਹੈ ਕਿ ਪਹਿਲਾਂ ਨਹੀਂ ਹੈ, ਸਵਾਲ ਜਿਹੜੀਆਂ ਹੁਣ ਪ੍ਰਸਥਿਤੀਆਂ ਬਣੀਆਂ ਉਹਦਾ ਸਿਸਟਮ ਹੀ ਜਿਹੜਾ ਬਹੁਤ ਵੱਡੀ ਪੱਧਰ ਤੇ ਖਤਰਨਾਕ ਹੱਦ ਤੱਕ ਜਿਹੜਾ ਹੈਗਾ ਜਾ ਰਿਹਾ। ਉਹ ਤੇ ਵਕੀਲ ਸਾਹਿਬਾਨਾਂ ਨੇ ਦੋਵਾਂ ਨੇ ਮਿਲ ਕੇ ਦੱਸਤੀ ਗੱਲ, ਸਾਰੀ ਡਿਟੇਲ ਦੱਸਤੀ ਹੈ। ਤੁਸੀਂ 3-3 4-4 ਉਹਨਾਂ ਨੂੰ ਕੁਐਰੀ ਕਰਕੇ ਪੂਰਾ ਸਮਝ ਲਿਆ। ਮੈਂ ਬਿਲਕੁਲ ਠੀਕ ਕਹਿ ਰਿਹਾ। ਮੇਰੀ ਇੰਨੀ ਬੇਨਤੀ ਹੈਗੀ ਹੈ ਕਿ ਸਿਸਟਮ ਨੂੰ ਜਦ ਤੱਕ ਤੁਸੀਂ ਅਕਾਊਂਟੇਬਲ ਨਹੀਂ ਬਣਾਓਗੇ, ਦੇਖੋ ਜਿਹੜੇ ਜੱਜ ਸਾਹਿਬਾਨ ਆ ਇਹ ਤੇ ਚਲੋ ਆਪਣਾ ਫੀਸ ਲੈਂਦੇ ਆ, ਵਕੀਲ ਸਾਹਿਬਾਨ ਜੱਜ ਸਾਹਿਬਾਨ ਤੇ ਸਰਕਾਰ ਤੋਂ ਪੈਸਾ ਲੈਂਦੇ ਆ, ਔਰ ਉਹ ਆਰਟੀਆਈ ਕਿਉਂ ਨਹੀਂ ਲਾਗੂ ਹੋਣ ਦਿੰਦੇ ਜੀ? ਇੱਕ ਪ੍ਰਸ਼ਾਂਤ ਭੂਸ਼ਣ ਨੇ ਟਵੀਟ ਪਾਤਾ 2009 'ਚ, ਉਹਨੂੰ ਚੱਕ ਕੇ ਕਹਿੰਦੇ ਹੁਣੇ ਇਹਦਾ ਫੈਸਲਾ ਕਰੋ। ਕੀ ਪਾਤਾ ਸੀਗਾ? ਕੇਸ ਕੋਈ ਇਨਐਫੀਸ਼ੀਐਂਸੀ ਦਾ ਕਮੈਂਟ ਆ, ਲਓ ਜੀ ਇਹ ਤੇ ਜੱਜਾਂ ਦੀ ਹੱਦ ਤੱਕ ਹੋ ਗਈ। ਇਹ ਨਹੀਂ ਸਿਸਟਮ ਚੱਲੂਗਾ, ਇਹ ਸਾਡੇ ਹੀ ਇਕੱਲਾ ਇਹ ਸਿਸਟਮ ਹੈ, ਦੁਨੀਆ 'ਚ ਕਿਤੇ ਨਹੀਂ ਹੈ। ਅਮਰੀਕਾ ਹੋਏ, ਇੰਗਲੈਂਡ ਹੋਏ, ਯੂਰਪ ਹੋਏ, ਲੋਕੀ ਬਹੁਤ ਅੱਗੇ ਚਲੇ ਗਏ ਆ। ਅਸੀਂ ਉਹੀ 100 ਸਾਲ ਪੁਰਾਣੀਆਂ ਜਿਹੜੇ ਲਕੀਰ ਦੇ ਫਕੀਰ ਬਣ ਕੇ ਬੈਠੇ ਆ, ਗਾਂ ਤੋਂ ਗਾਂ ਪੈਂਡੈਂਸੀ। ਉਸ ਤੋਂ ਨਿਕਲਣ ਲਈ ਦੂਸਰੀ ਟਰਾਂਸਪੇਰੈਂਸੀ ਉਹ ਬੜੀ ਜ਼ਰੂਰੀ ਆ। ਅਕਾਊਂਟੇਬਿਲਿਟੀ ਕਿਹਦੀ ਜ਼ਿੰਮੇਵਾਰੀ ਕਿਹਦੀ ਆ? ਜੇ ਕੋਈ ਗਲਤ ਕਿਸੇ ਨੂੰ ਗੱਲ ਲੱਗਦੀ ਆ, ਤੁਹਾਨੂੰ ਪਤਾ ਕਿਸਾਨ ਜਿਹੜੀ ਆ BKU ਨੇ ਪਿੱਛੇ ਜੇ ਇੱਕ ਕੇਸ ਦੀ ਵਿੱਚ ਡਿਸਾਈਡ ਹੋ ਗਈ ਸੀ ਜੇਲ੍ਹ ਉਮਰ ਕੈਦ, ਉਹਨਾਂ ਨੇ ਗਵਰਨਰ ਕੋਲੋਂ ਧੱਕੇ ਦੇ ਨਾਲ ਫਿਰ ਬੰਦੇ ਨੂੰ ਬਾਹਰ ਲਿਆਂਦਾ ਕਿਉਂਕਿ ਉਹਨਾਂ ਨੂੰ ਪੇਟੈਂਟਲੀ ਲੱਗਦਾ ਸੀਗਾ ਕਿ ਬਿਲਕੁਲ ਗਲਤ ਫੈਸਲਾ ਹੋਇਆ। ਇਹੋ ਜਿਹੇ ਜਿਹੜੇ ਧੱਕੇ ਕਈ ਵਾਰੀ ਕੋਰਟਾਂ 'ਚ ਇਨਸਾਫ ਮਿਲਣ ਦੀ ਜਗ੍ਹਾ ਧੱਕੇ ਹੁੰਦੇ ਆ, ਤਾਂ ਉਦੋਂ ਇਸ ਲਈ ਵੀ ਕੋਈ ਜਵਾਬਦੇਹੀ ਤੈਅ ਹੋਣੀ ਚਾਹੀਦੀ। ਮੇਰੀ ਬੇਨਤੀ ਇਹ ਹੈਗੀ ਹੈ, ਸਿਸਟਮ ਨੂੰ ਜਦ ਤੱਕ ਤੁਸੀਂ ਸੁਧਾਰੋਗੇ ਨਹੀਂ, ਕੱਲਾ ਕਰੋਨਾ ਨਹੀਂ ਹੈ, ਸਿਸਟਮ ਨੂੰ ਜਵਾਬਦੇਹੀ, ਉਹਦੇ 'ਚ ਪਾਰਦਰਸ਼ਤਾ। ਮੇਰੇ ਵਕੀਲ ਸਾਹਿਬਾਨ ਬੜੇ ਜ਼ਿੰਮੇਵਾਰ ਬੈਠੇ ਹੋਏ ਆ, ਇਹ ਸਾਰਾ ਜਾਣਦੇ ਹੈਗੇ ਆ। ਇੱਕ ਨਹੀਂ ਤੇ ਇਨਸਾਫ ਦਾ ਸਿਸਟਮ ਨਾ ਬਣ ਕੇ ਇੱਕ ਨਵਾਂ ਕੈਂਸਰ ਦਾ ਫੋੜਾ ਬਣ ਜਾਂਦਾ ਕਿ ਲੋਕ ਆਉਂਦੇ ਧੱਕੇ ਖਾਂਦੇ, ਵਿਚਾਰੇ ਬੈਠੇ ਆ, ਰੁਲਦੇ ਆ, ਕੁਝ ਮਰ ਮੁੱਕ ਜਾਂਦੇ ਆ। 30-30 ਸਾਲ 35-35 ਸਾਲ ਜ਼ਮੀਨਾਂ ਦੇ ਕੇਸ, ਮੈਂ ਲੈਂਡ ਰਿਫਾਰਮ ਦੇ ਕੇਸ ਆਪ ਸਟੱਡੀ ਕੀਤੇ ਆ, ਉਹ ਜਾਣੀ ਜਿਹੜੇ ਕਲਾਇੰਟ ਆ ਮਰ ਹੀ ਜਾਂਦਾ ਆ। ਇਸ ਕਰਕੇ ਹੁਣ ਤੁਸੀਂ ਤੁਹਾਡੇ ਸਾਹਮਣੇ ਟਿਪੀਕਲ ਕੇਸ, ਲਾਸਟ ਗੱਲ ਮੈਂ ਦੱਸਦਾ ਆ, ਤੁਸੀਂ ਜਿਹੜੇ ਦਿੱਲੀ ਦੇ ਵਿੱਚ ਸਿੱਖਾਂ ਦੇ ਨਾਲ ਜੋ ਧੱਕਾ ਹੋਇਆ ਸੀ, ਉਹ ਕੇਸ ਕਿਸ ਤਰ੍ਹਾਂ ਚੱਲੇ? 36 ਸਾਲ ਚੱਲੇ ਨਾ, ਇਹਨਾਂ ਕੋਰਟਾਂ 'ਚ ਹੀ ਚੱਲੇ ਨਾ। ਇਸ ਕਰਕੇ ਜਿੱਥੇ ਇਨਸਾਫ ਆਉਣਾ ਚਾਹੀਦਾ ਲੋਕਾਂ ਨੂੰ, ਉੱਥੇ ਇਨਸਾਫ ਨਹੀਂ ਮਿਲਦਾ, ਭਾਵੇਂ ਸੁਪਰੀਮ ਕੋਰਟ। ਹਾਂ, ਜੇ ਕਿਤੇ CJI ਤੇ
ਰੰਜਨ ਗਗੋਈ ਤੇ ਕੋਈ ਕੇਸ ਹੋ ਜਾਏ, ਉਹ ਕੁੜੀ ਨੇ ਮੋਰਲ ਟਰਪੀਟਿਊਡ ਦਾ ਆਫਿਸ ਦੀ ਲੜਕੀ ਦਾ, ਤੇ ਛੁੱਟੀ ਵਾਲੇ ਦਿਨ ਵੀ ਕਿ ਲੱਗ ਜਾਂਦਾ। ਉਦੋਂ ਤੇ ਕੋਈ ਕਰੋਨਾ ਨਹੀਂ ਸੀ, ਛੁੱਟੀ ਵਾਲੇ ਦਿਨ ਕੋਰਟ ਲਾ ਕੇ ਆਪਣੇ ਆਪ ਨੂੰ ਆਪ ਹੀ ਵਿੱਚ ਬੈਠ ਕੇ ਬਰੀ ਕਰ ਲੈਂਦੇ ਆ। ਇਹ ਤੇ ਹਾਲਾਤ ਆ ਤੁਹਾਡੀ ਕੋਰਟਾਂ ਦੀ। ਇਸ ਕਰਕੇ ਮੈਨੂੰ ਲੱਗਦਾ ਜਿੱਥੇ ਅਸੀਂ ਕਰੋਨੇ ਦੇ ਇੰਪੈਕਟ ਦਾ ਗੱਲ ਕਰ ਰਹੇ ਹਾਂ, ਬਹੁਤ ਇੰਪੋਰਟੈਂਟ ਗੱਲ ਕਰ ਰਹੇ ਹਾਂ ਤੁਸੀਂ, ਉਹਦੇ ਨਾਲ ਕਮਜ਼ੋਰੀ ਆਈ ਆ, ਜਸਟਿਸ ਸਿਸਟਮ ਦਾ ਸਾਰਾ ਹੋਇਆ। ਪਰ ਜਿਹੜਾ ਕਰੋਨਾ ਤੋਂ ਪਹਿਲਾਂ ਵੀ ਸੀਗਾ, ਉਦੋਂ ਵੀ ਜਸਟਿਸ ਸਿਸਟਮ ਕੋਈ ਬਹੁਤ ਲੋਕਾਂ ਨੂੰ ਇਨਸਾਫ ਨਹੀਂ ਸੀ ਦੇ ਪਾ ਰਿਹਾ। ਹਾਂਜੀ ਜੀ ਥੈਂਕ ਯੂ ਤੁਹਾਡੀ ਗੱਲ ਆ ਗਈ ਹੈ। ਕਮਲਜੀਤ ਜੀ, ਤੁਸੀਂ ਪ੍ਰੋਫੈਸਰ ਮਨਜੀਤ ਸਿੰਘ ਦੇ ਕਮੈਂਟ ਸੁਣਿਆ ਹੈ। ਉਹਨਾਂ ਦਾ ਆਪਣੇ ਤੌਰ ਤੇ ਕਮੈਂਟਸ ਹੈ ਕਿ ਸਾਡਾ ਸਿਸਟਮ ਜੇ ਦੁਨੀਆ ਦੀ ਵੀ ਆਪਾਂ ਗੱਲ ਕਰ ਦਈਏ ਤਾਂ ਨਿਆਂ ਦੇ ਮਾਮਲੇ 'ਚ ਪਹਿਲਾਂ ਹੀ ਬਹੁਤ ਹੀ ਨਾ ਹਿੱਲ ਹੈਗਾ ਹੈ। ਉਹ ਜਿੱਥੇ ਫੈਸਲੇ ਲੈ ਜਾਣ ਦੀ ਲੋੜ ਆ ਉੱਥੇ ਨਹੀਂ, ਪਰ ਜਿੱਥੇ ਕਿਤੇ ਕੋਈ ਸੇਕ ਸਿੱਧਾ ਲੱਗਦਾ ਕਿਸੇ ਸਿਸਟਮ ਨੂੰ, ਉੱਥੇ ਨਿਆਂ ਵੀ ਮਿਲਦਾ ਹੈ। ਪਰ ਮੈਂ ਕਰੋਨਾ ਦੇ ਮੁੱਦੇ ਤੇ ਵੀ ਤੁਹਾਡੇ ਤੋਂ ਜ਼ਰੂਰ ਜਿਹੜਾ ਕਿ ਸਵਾਲ ਇਸੇ ਸਿਸਟਮ ਦੇ ਨਾਲ ਜੋੜ ਕੇ ਲੈਣਾ ਚਾਹੁੰਦਾ। ਜੋ ਪਿਛਲੇ 3-4 ਮਹੀਨੇ ਲੰਘੇ ਹੈ, ਇਹਦੇ ਦੌਰਾਨ ਮੈਂ ਇਹ ਵੀ ਜਵਾਬ ਤੁਹਾਡੇ ਕੋਲੋਂ ਚਾਹਾਂਗਾ ਕਿ ਕੀ ਇਸ ਦੌਰਾਨ ਜਿਹੜਾ ਹੈਗਾ ਵਾਇਲੈਂਸ ਦੇ ਮਾਮਲੇ ਹੈ, FIR ਜਿਹੜੀਆਂ ਹੈਗੀਆਂ, ਘਰੇਲੂ ਝਗੜੇ ਹੈ, ਕੀ ਉਹਨਾਂ 'ਚ ਵਾਧਾ ਹੋਇਆ ਜਾਂ ਕੁਝ ਉਹ ਕੇਸ ਅਦਾਲਤਾਂ ਦੇ ਵਿੱਚ ਪਹਿਲਾਂ ਦੇ ਮੁਕਾਬਲੇ 'ਚ ਘੱਟ ਹੈ? ਕੋਈ ਸਮਾਜਿਕ ਤੌਰ 'ਤੇ ਇੱਦਾਂ ਦਾ ਇੰਪੈਕਟ ਵੀ ਨਜ਼ਰ ਆਇਆ? ਪ੍ਰੋਫੈਸਰ ਮਨਜੀਤ ਸਿੰਘ ਦਾ ਆਪਣਾ ਵੱਖਰਾ ਸਵਾਲ ਜਿਹੜਾ ਹੈਗਾ ਉਹਦਾ ਜਵਾਬ ਵੀ ਮੈਂ ਚਾਹਾਂਗਾ ਤੁਸੀਂ ਜ਼ਰੂਰ ਦਿਓਗੇ। ਜੀ ਕਮਲਜੀਤ ਜੀ। ਜਿੱਥੋਂ ਤੱਕ ਪ੍ਰੋਫੈਸਰ ਮਨਜੀਤ ਸਿੰਘ ਨੇ ਮੁੱਦੇ ਉਠਾਏ ਨੇ, ਇਹਦੇ ਬਾਰੇ ਕੋਈ ਸ਼ੱਕ ਨਹੀਂ ਕਿ ਸਾਡੀ ਨਿਆਂ ਪ੍ਰਣਾਲੀ ਐਜ਼ ਇਟ ਇਜ਼ ਬੜੀ ਸਲੋ ਹੈ। ਹੁਣ ਇਹਦਾ ਇਹ ਕਹਿਣਾ ਕਿ ਸਾਡੇ ਜੱਜਿਸ ਕੇਸਿਸ ਨਹੀਂ ਡਿਸਾਈਡ ਕਰਦੇ, ਮੇਰਾ ਖਿਆਲ ਹੈ ਮੈਕਸਿਮਮ ਬਰਡਨ ਈਚ ਕੇਸ, ਮੈਕਸਿਮਮ ਬਰਡਨ ਈਚ ਜੱਜ ਵਾਈਜ਼ ਇੰਡੀਆ ਵਿੱਚ ਇੰਨੇ ਕੇਸਿਸ ਹੋ ਚੁੱਕੇ ਹੋਏ ਨੇ ਕਿ ਹਰ ਇੱਕ ਜੱਜ, ਤੁਸੀਂ ਅਮਰੀਕਾ 'ਚ ਵੇਖੋ ਕੀ ਰੇਸ਼ੋ ਹੈ ਜੱਜ ਵਰਸਸ ਲਿਟੀਗੈਂਟ, ਜੱਜ ਵਰਸਸ ਕੇਸ। ਜੀ ਤੁਸੀਂ ਉਹਨੂੰ ਕਿਸੇ ਕੰਟਰੀ ਨਾਲ ਕੰਪੇਅਰ ਕਰਕੇ ਵੇਖੋ, ਔਰ ਫਿਰ ਵੇਖੋ ਵੀ ਇੰਡੀਆ ਦੇ ਵਿੱਚ ਜਿਹੜੇ ਜੱਜਿਸ ਨੇ ਉਹ ਕਿੰਨੇ ਓਵਰਬਰਡਨ ਨੇ। ਇਹ ਜਿਹੜਾ ਸਾਨੂੰ ਲੱਗਦਾ ਕਿ ਬੜੇ ਸਾਲਾਂ ਤੋਂ ਇਹਦੇ ਲਈ ਸਰਕਾਰੀ ਡਿਸੀਜਨ ਨੇ ਕਿ ਵੈਕੈਂਸੀਜ਼ ਕਿਵੇਂ ਵਧਾਉਣੀਆਂ, ਜੱਜਿਸ ਕਿਵੇਂ ਟਾਈਮਲੀ ਅਪਾਇੰਟ ਕਰਨੇ ਨੇ। ਜੇ ਉਸ ਸਿਸਟਮ ਨੂੰ ਥੋੜ੍ਹਾ ਜਿਹਾ ਹੋਰ ਵੀ ਸੁਧਾਰਿਆ ਜਾ ਸਕਦਾ ਹੈ, ਜਿਵੇਂ ਕੋਈ ਪਿੱਛੇ ਜੇ ਟ੍ਰਿਬਿਊਨਲਸ ਬਣ ਕੇ ਕੁਝ ਮਾਮਲੇ ਟ੍ਰਿਬਿਊਨਲ ਦੇ ਭੇਜੇ ਗਏ, ਕੁਝ ਮਾਮਲੇ ਜਿਹੜੇ ਨੇ ਉਹ ਆਲਟਰਨੇਟਿਵ ਡਿਸਪਿਊਟ ਰੈਜ਼ੋਲੂਸ਼ਨ ਸੈੱਲਸ ਬਣਾਏ ਗਏ, ਜਿਨ੍ਹਾਂ ਨੂੰ ਅਸੀਂ ਮੀਡੀਏਸ਼ਨ ਸੈੱਲਸ ਵੀ ਕਹਿ ਲੈਂਦੇ ਹਾਂ, ਜਿਹੜੇ ਬੈਠ ਕੇ ਆਪਸੇ ਰਿਜ਼ੋਲਵ ਹੋ ਸਕਦੇ ਨੇ। ਕੋਸ਼ਿਸ਼ ਬਹੁਤ ਜਾਰੀ ਹੈ। ਮੈਂ ਪ੍ਰੋਫੈਸਰ ਮਨਜੀਤ ਸਿੰਘ ਦੀ ਗੱਲ ਨੂੰ ਨਹੀਂ ਗਲਤ ਕਹਿ ਰਿਹਾ ਵੀ ਇਹਦੇ ਵਿੱਚ ਪਹਿਲਾਂ ਹੀ ਡਿਲੇ ਸੀ, ਹੋਰ ਡਿਲੇ ਹੋ ਗਈ, ਪਰ ਜਿੱਥੇ ਤੱਕ ਕੁਐਸਚਨ ਹੈ ਕਿ ਹੁਣ ਡਿਲੇ ਹੋ ਰਹੀ ਹੈ, ਇਹ ਵੀ ਡਿਲੇ ਕਿਸੇ ਦੇ ਹੱਥ ਵਿੱਚ ਨਹੀਂ ਹੈ। ਇਹ ਸਰਕਮਸਟੈਂਸਿਸ ਵੀ ਇਸ ਤਰ੍ਹਾਂ ਦੇ ਨੇ। ਜੇ ਮੈਂ ਲੇਟੈਸਟ ਦੱਸਾਂ, ਲੋਅਰ ਕੋਰਟ ਦੀ ਫਿਗਰ ਪਾ ਕੇ ਜਿਹੜੇ ਜੁਡੀਸ਼ਰੀ ਦੇ ਨਾਲ ਐਸੋਸੀਏਟਿਡ EMPLOYEES ਨੇ ਔਰ ਜਿਹੜੇ ਹਾਈ ਕੋਰਟ ਦੇ ਨਾਲ ਐਸੋਸੀਏਟਿਡ EMPLOYEES ਨੇ, ਮਾਰਚ 24 ਤੋਂ ਲੈ ਕੇ ਅੱਜ 24 ਜੁਲਾਈ 25 ਜੁਲਾਈ ਤੱਕ ਇਹਨਾਂ 4 ਮਹੀਨਿਆਂ ਦੇ ਵਿੱਚ ਘੱਟੋ ਘੱਟ 400 ਤੋਂ ਵੱਧ ਬੰਦਾ ਅਫੈਕਟਡ ਹੋਇਆ, ਜਿਹੜਾ ਜੁਡੀਸ਼ਰੀ ਦੇ ਨਾਲ ਰਿਲੇਟਡ ਸੀ, EMPLOYEE ਸੀ ਜਾਂ ਕੋਈ ਜੱਜ ਸੀ ਜਾਂ ਕੋਈ ਜੱਜ ਦਾ ਸਟਾਫ ਸੀ। ਔਰ ਇਹ ਹਰ ਲੋਅਰ ਕੋਰਟ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੇ ਕੇਸ ਆਏ ਨੇ, ਔਰ ਇਹ ਹਾਈ ਕੋਰਟ ਦੇ ਵਿੱਚ ਵੀ ਕਾਫੀ ਕੇਸ ਆ ਚੁੱਕੇ ਨੇ। ਸਾਡੀਆਂ ਡਿਫਰੈਂਟ ਬ੍ਰਾਂਚਿਸ ਵਿੱਚ ਕਾਫੀ ਕੇਸ ਚੱਲੇ ਹੋਏ ਨੇ। ਇਹ ਇੱਕ ਐਸਪੈਕਟ ਹੈ ਮੈਟਰ ਦਾ ਕਿ ਸਾਡਾ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਉਹ ਆਲਰੇਡੀ ਬਹੁਤ ਓਵਰਬਰਡਨਡ ਹੈ। ਉਹਦੇ ਲਈ ਲੈਜਿਸਲੇਚਰ ਨੇ ਬੈਠ ਕੇ ਫੈਸਲੇ ਲੈਣੇ ਹੈ, ਚੈੱਕ ਕਰਨਾ ਹੈ ਵੀ ਇਹ ਹਰ ਇੱਕ ਜੱਜ ਦੀ ਇੱਕ ਕਪੈਸਿਟੀ ਹੈ, ਉਹ ਹਿਊਮਨ ਬੀਇੰਗਸ ਨੇ। ਜਿਸ ਤੱਕ ਇੱਕ ਪ੍ਰੋਫੈਸਰ ਮਨਜੀਤ ਸਿੰਘ ਨੇ ਮੁੱਦਾ ਉਠਾਇਆ ਕਿ ਕੋਈ ਜੱਜ ਨੇ ਗਲਤ ਫੈਸਲਾ ਸਰ ਅਹਿਮ ਮੁੱਦੇ ਤੇ ਗੱਲ ਕਰ ਰਹੇ ਹੋ ਤੁਸੀਂ, ਆਪਣੀ ਵੀ ਇੱਧਰ ਟੈਕਨੀਕਲ ਮਜ਼ਬੂਰੀ ਹੈ ਬ੍ਰੇਕ ਲੈਣ ਦੀ। ਮੈਂ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ ਤੁਹਾਡੇ ਵੱਲ, ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇੰਨੇ ਮੁੱਦਿਆਂ ਤੇ ਆ ਰਹੇ ਹਾਂ ਜਲਦ ਵਾਪਸ। ਨਜ਼ਰੀਆ ਦੀ ਟੀਵੀ ਦਰਸ਼ਕਾਂ ਦਾ ਸਵਾਗਤ। ਸਾਡੇ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਕਮਲਜੀਤ ਸਿੰਘ ਜੀ, ਜ਼ਿਲ੍ਹਾ ਬਠਿੰਡਾ ਦੇ ਸੀਨੀਅਰ ਐਡਵੋਕੇਟ ਸਤਪਾਲ ਸੈਣੀ, ਪ੍ਰੋਫੈਸਰ ਮਨਜੀਤ ਸਿੰਘ ਰਾਸ਼ੀ ਵਿਸ਼ਲੇਸ਼ਕ, ਤਿੰਨੇ ਮਹਿਮਾਨ ਜਿਨ੍ਹਾਂ ਮੁੱਦਿਆਂ ਤੇ ਚਰਚਾ ਕਰ ਰਹੇ ਆ, ਆਪਾਂ ਲਵਾਂਗੇ ਉਹਨਾਂ ਨੂੰ ਸਵਾਲਾਂ ਦੇ ਵਿੱਚ। ਕਮਲਜੀਤ ਜੀ, ਇਸ ਮਾਮਲੇ ਤੇ ਬ੍ਰੇਕ ਤੋਂ ਪਹਿਲਾਂ ਤੁਸੀਂ ਪ੍ਰੋਫੈਸਰ ਮਨਜੀਤ ਸਿੰਘ ਦੇ ਮੁੱਦੇ ਤੇ ਜਵਾਬ ਦੇ ਰਹੇ ਸੀ, ਆਪਣੀ ਗੱਲ ਵੀ ਕਿਉਂ, ਪਰ ਨਾਲ ਹੀ ਮੈਂ ਵੀ ਜਿਹੜਾ ਸਵਾਲ ਪੁੱਛਿਆ ਸੀ ਤੁਹਾਡੇ ਕੋਲੋਂ ਕਿ ਇਹਨਾਂ ਪਿਛਲੇ ਮਹੀਨਿਆਂ 'ਚ ਜੇ ਘਰੇਲੂ ਹਿੰਸਾ ਦੀ ਗੱਲ ਕਰ ਲਈਏ, ਵਾਇਲੈਂਸ ਦੀ ਗੱਲ ਕਰ ਲਈਏ ਜਾਂ ਦੂਜੇ ਝਗੜਿਆਂ ਦੀ, ਐਕਸੀਡੈਂਟ ਦੀ, ਇੱਦਾਂ ਦੇ ਮੁੱਦੇ। ਜੀ ਵੈਲਕਮ ਸਰ, ਮੈਂ ਤੁਹਾਡੇ ਤੋਂ ਜਵਾਬ ਮੰਗ ਰਿਹਾ ਜੀ। ਜਿੱਥੋਂ ਤੱਕ ਦੂਸਰਾ ਇਸ਼ੂ ਉਠਾਇਆ ਸੀ ਕਿ ਕਿਸੇ ਜੱਜ ਸਾਹਿਬਾਨ ਤੋਂ ਕੋਈ ਗਲਤ ਫੈਸਲਾ ਹੋ ਗਿਆ
ਜਿਹੜਾ ਬਾਅਦ ਗਵਰਨਰ ਸਾਹਿਬ ਨੇ ਆਪਣੀ ਕਨਸਟੀਟਿਊਸ਼ਨਲ ਪਾਵਰ ਐਕਸਰਸਾਈਜ਼ ਕਰਕੇ ਜਿਹੜੀ ਉਹਨਾਂ ਨੂੰ ਕਨਸਟੀਟਿਊਸ਼ਨ ਨੇ ਸਾਡੇ ਵਿਧਾਨ ਦੇ ਵਿੱਚ ਪ੍ਰੋਵਾਈਡਡ ਹੈ, ਉਹ ਫੈਸਲੇ ਨੂੰ ਕਿਸੇ ਰਿਸਟ੍ਰਿਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਆਪਣੀ ਪਾਵਰ ਐਕਸਰਸਾਈਜ਼ ਕੀਤੀ। ਇਹ ਜੱਜਿਸ ਵੀ ਹਿਊਮਨ ਬੀਇੰਗ ਨੇ, ਕਈ ਵਾਰ ਗਲਤੀਆਂ ਹੋ ਜਾਂਦੀਆਂ, ਪਰ ਜੱਜਿਸ ਹਮੇਸ਼ਾ ਆਪਣੀ ਫਾਈਲ ਦੇ ਨਾਲ ਲੱਗੇ ਹੁੰਦੇ ਨੇ। ਕਈ ਵਾਰੀ ਫਾਈਲ ਹੀ ਤੁਹਾਨੂੰ ਕੰਪੈਲ ਕਰਦੀ ਹੈ, ਜਦੋਂ ਕਿ ਸਰਕਮਸਟੈਂਸਿਸ ਡਿਫਰੈਂਟ ਹੁੰਦੇ ਨੇ, ਐਵੀਡੈਂਸ ਉਸ ਹਿਸਾਬ ਦਾ ਨਹੀਂ ਆਇਆ ਹੁੰਦਾ। ਉਹ ਵੀ ਇੱਕ ਐਸਪੈਕਟ ਹੈ ਜਿਹੜਾ ਦੇਖਣ ਵਾਲਾ ਹੈ। ਦੂਜੀ ਗੱਲ ਜਿਹੜੀ ਤੁਸੀਂ ਉਠਾਈ ਹੈ ਕਿ FIR ਤੇ ਡੋਮੈਸਟਿਕ ਵਾਇਲੈਂਸ ਦੇ ਮੁੱਦਿਆਂ ਦੀ, ਜੋ ਮੇਰਾ ਪਰਸਨਲ ਫੀਡਬੈਕ ਹੈ ਜਾਂ ਮੈਨੂੰ ਪਰਸਨਲੀ ਦੇਖਣ ਤੇ ਆ ਰਿਹਾ ਹੈ, ਡੋਮੈਸਟਿਕ ਵਾਇਲੈਂਸ ਵਿੱਚ ਇਸ ਮੁੱਦੇ ਦੇ ਇਸ ਪੀਰੀਅਡ ਦੇ ਦੌਰਾਨ ਕਾਫੀ ਇਨਕਰੀਜ਼ ਹੋਇਆ ਹੈ। ਆਪਸ ਵਿੱਚ ਜੋ ਤੁਸੀਂ ਇੱਕ ਪੰਜਾਬੀ ਵਿੱਚ ਇੱਕ ਲਫ਼ਜ਼ ਯੂਜ਼ ਕੀਤਾ ਸੀ ਕਿ ਆਪਸ ਵਿੱਚ ਸਹਿਚਾਰ, ਭਾਈਚਾਰਾ, ਔਰ ਉਹਦੇ ਨਾਲ ਜੋ ਡੋਮੈਸਟਿਕ ਵਾਇਲੈਂਸ ਵੀ ਅਸਰ ਡੋਮੈਸਟਿਕ ਵਾਇਲੈਂਸ ਵੀ ਹੋਈ ਹੈ, ਉਹਦੇ ਵਿੱਚ ਜੋ ਪ੍ਰੈਸ ਰਿਪੋਰਟਸ ਵੀ ਆਉਂਦੀਆਂ ਹੈ ਉਹਦੇ ਵਿੱਚ ਜ਼ਰੂਰ ਇਨਕਰੀਜ਼ ਹੋਇਆ। ਜਿੱਦ ਤੱਕ ਮੋਟਰ ਐਕਸੀਡੈਂਟ ਦੀ ਗੱਲ ਹੈਗੀ ਹੈ, ਮੇਰੇ ਹਿਸਾਬ ਦੇ ਨਾਲ ਉਹ ਕਾਫੀ ਘੱਟ ਗਏ ਨੇ, ਕਿਉਂਕਿ ਵਹੀਕਲ ਮੂਵਮੈਂਟ ਹੀ ਬਹੁਤ ਘਟੀ ਹੋਈ ਹੈ। ਪਹਿਲਾਂ ਲੋਕਡਾਊਨ ਕਰਕੇ, ਹੁਣ ਰਿਸਟ੍ਰਿਕਟਡ ਆਵਰਸ ਕਰਕੇ, ਅੱਗੇ ਨਾਲੋਂ ਇਹ ਐਕਸੀਡੈਂਟ ਦਾ ਰੇਟ ਹੈ ਉਹ ਕਾਫੀ ਘਟਿਆ ਹੋਇਆ। ਜਿੱਦ ਤੱਕ FIR ਕੋਈ ਹੋਰ IPC ਦੀਆਂ ਪ੍ਰੋਵੀਜ਼ਨਸ ਦਾ ਗੱਲ ਹੈਗੀ ਹੈ, ਉਹ ਵੀ ਪਹਿਲੇ ਨਾਲੋਂ ਕਾਫੀ ਘਟ ਗਏ ਹੋਏ ਨੇ, ਕਿਉਂਕਿ ਇਸ ਵੇਲੇ ਕੋਈ ਕਿਸੇ ਤਰ੍ਹਾਂ ਦਾ ਕੰਮ ਜ਼ਿਆਦਾ ਹੋ ਨਹੀਂ ਰਿਹਾ। ਹਰ ਬੰਦਾ ਬਹੁਤ ਡਰਿਆ ਹੋਇਆ ਹੈ। ਕਮਲਜੀਤ ਜੀ ਬਿਲਕੁਲ ਠੀਕ ਹੈ, ਕੁਛ ਹੱਦ ਤੱਕ ਅਨਨੈਸੈਸਰੀ ਕੋਈ ਬੰਦਾ ਘਰੋਂ ਬਾਹਰ ਨਿਕਲਣ ਨੂੰ ਤਿਆਰ ਨਹੀਂ ਹੈ। ਤੋ ਇਸ ਕਰਕੇ ਮੇਰੇ ਹਿਸਾਬ ਨਾਲ ਇੱਕ ਸਮਾਜਿਕ ਵਾਇਲੈਂਸ ਦਾ ਮੁੱਦਾ ਐਸਾ ਜ਼ਰੂਰ ਹੈ ਜਿਹੜਾ ਇਸ ਟਾਈਮ ਦੇ ਉੱਤੇ ਥੋੜਾ ਜਿਹਾ ਜਿਹਦਾ ਰੇਟ ਵਧਿਆ ਹੈ, ਜਿਹੜਾ ਸਾਡੇ ਲਈ ਚਿੰਤਾ ਦੀ ਗੱਲ ਹੋ ਸਕਦੀ ਹੈ, ਕਿਉਂਕਿ ਇਹ ਜਿਹੜਾ ਡੋਮੈਸਟਿਕ ਵਾਇਲੈਂਸ ਹੈ ਇਹ ਸਾਡੀਆਂ ਆਪਣੀਆਂ ਫੈਮਿਲੀਜ਼ ਦੇ ਵਿੱਚ ਇਹਨੂੰ ਅਸੀਂ ਕਿਵੇਂ ਰਿਮੂਵ ਕਰਨਾ ਹੈ, ਕਿੱਥੇ, ਕਿਉਂਕਿ ਪਰਿਵਾਰ ਦੇ ਮੈਂਬਰ ਇਕੱਠੇ ਜ਼ਿਆਦਾ ਟਾਈਮ ਰਹਿਣ ਦੇ ਨਾਲ ਕਿਤੇ ਇਹੀ ਤਾਂ ਨਹੀਂ ਇੱਕ ਕਾਰਨ ਬਣ ਗਿਆ ਕਿ ਅਸੀਂ ਇੰਨੇ ਇੱਕ ਦੂਜੇ ਦੇ ਨਾਲ ਔਖੇ ਹੋ ਰਹੇ ਹਾਂ, ਇੱਕ ਦੂਜੇ ਨਾਲ ਨਾਰਾਜ਼ਗੀਆਂ ਪੈਦਾ ਹੋ ਰਹੀਆਂ ਨੇ। ਸੋ ਇਹ ਸਾਰੀਆਂ ਚੀਜ਼ਾਂ ਦੇ ਮੁੱਦੇ ਨਜ਼ਰ ਰੱਖਦੇ ਹੋਏ ਮੇਰੇ ਖਿਆਲ ਨਾਲ ਬਾਕੀ ਓਫੈਂਸਿਸ ਬਹੁਤ ਘੱਟ ਹੋ ਰਹੇ ਨੇ। ਔਰ ਜੀ ਬਿਲਕੁਲ ਜਿਹੜਾ ਸਰ ਜਿੱਦਾਂ ਸਮਾਜਿਕ ਮੁੱਦੇ ਦੀ ਗੱਲ ਕਰਦੇ ਆ, ਮੈਂ ਜਿੱਦਾਂ ਤੁਸੀਂ ਖੁਦ ਵੀ ਕਮੈਂਟਸ ਕੀਤੇ ਹੈ ਕਈ ਵਾਰੀ ਕਿ ਜੱਜਿਸ ਵੀ ਹਿਊਮਨ ਬੀਇੰਗ ਹੈ, ਸਪੀਕਰ ਸ਼ਬਦ ਦਾ ਤੁਸੀਂ ਇਸਤੇਮਾਲ ਕੀਤਾ ਹੈ। ਜਿਹੜੀ ਆ ਪਿਛਲੇ 2-3 ਦਿਨਾਂ ਦੇ ਅੰਦਰ ਰਾਜਸਥਾਨ ਦੇ ਅੰਦਰ ਜੋ ਵੱਡੀ ਪੱਧਰ 'ਤੇ ਰਾਜਸੀ ਡਰਾਮਾ ਚੱਲ ਰਿਹਾ ਹੈ, ਉੱਥੋਂ ਦੇ ਜਿਹੜੇ ਸਪੀਕਰ ਹੈ ਉਹਨਾਂ ਨੇ ਵੀ ਹੁਣ ਆਪਣੀ ਉੱਥੋਂ ਦੀ ਜਿਹੜੀ ਵਿਧਾਨ ਸਭਾ ਹੈ ਉਹਦਾ ਇਜਲਾਸ ਜਿਹੜਾ ਕਮਿੰਗ ਮੰਡੇ ਜਿਹੜਾ ਆ ਰਿਹਾ ਉਸ ਨੂੰ ਬੁਲਾਉਣ ਦੀ ਗੱਲ ਕੀਤੀ ਸੀ। ਗਵਰਨਰ ਕਹਿ ਰਿਹਾ ਜ਼ਰੂਰਤ ਨਹੀਂ ਹੈ। ਜਦੋਂ ਸੁਪਰੀਮ ਕੋਰਟ ਤੱਕ ਸਰਕਾਰ ਜਾਂਦੀ ਹੈ ਤਾਂ ਇੱਕ ਕਮੈਂਟ ਉਹਦੇ 'ਚ ਇਹ ਵੀ ਆਉਂਦਾ ਹੈ ਕਿ ਸਪੀਕਰ ਨੂੰ ਜਿਹੜਾ ਹੈਗਾ ਅਦਾਲਤ 'ਚ ਆਉਣ ਦੀ ਲੋੜ ਹੀ ਕਿਉਂ ਪਈ ਹੈ। ਔਰ ਨਾਲ ਇਹ ਵੀ ਗੱਲ ਹੈ ਕਿ ਡਿਫੈਕਸ਼ਨ ਦੇ ਮਾਮਲੇ 'ਤੇ ਜਦੋਂ ਗੱਲ ਹੁੰਦੀ ਹੈ ਤਾਂ ਉੱਥੇ ਵੀ ਜਿਹੜਾ ਜੁਡੀਸ਼ਰੀ ਦੇ ਕਮੈਂਟਸ ਆਉਂਦੇ ਹੈ ਕਿ ਕੀ ਇਹ ਲੱਗਦਾ ਹੈ ਕਿ ਜੇ ਪਾਰਟੀ ਦੇ ਅੰਦਰ ਵੀ ਕੋਈ ਵਿਰੋਧੀ ਸਿਰ ਉੱਠ ਸਕਦੀ ਹੈ ਕਿ ਨਹੀਂ ਉੱਠ ਸਕਦੀ। ਇਹਦੇ ਨਾਲ ਤਾਂ ਸਿੱਧੇ ਤੌਰ 'ਤੇ ਦਲ ਬਦਲੀ ਕਾਨੂੰਨ ਦੀ ਗੱਲ ਕਰ ਲਈਏ, ਡਿਫੈਕਸ਼ਨ ਲਾ ਬਣਿਆ ਉਹਦੀ ਗੱਲ ਕਰ ਲਈਏ, ਬਹੁਤ ਸਾਰੇ ਮੁੱਦੇ ਜਿਹੜੇ ਪ੍ਰਭਾਵਿਤ ਹੋ ਰਹੇ ਹੈ। ਜੋ ਇਸ ਵੇਲੇ ਰਾਜਸਥਾਨ ਦਾ ਮਾਮਲਾ ਅਦਾਲਤਾਂ ਦੇ ਵਿੱਚ ਘੁੰਮ ਰਿਹਾ ਹੈ ਗਵਰਨਰ ਦੇ ਮਾਮਲੇ ਨੂੰ ਲੈ ਕੇ ਔਰ ਸਪੀਕਰ ਦੀਆਂ ਪਾਵਰਸ ਨੂੰ ਲੈ ਕੇ, ਇਸ ਨੂੰ ਤੁਸੀਂ ਇਸ ਐਂਗਲ ਤੋਂ ਕਿਵੇਂ ਦੇਖਦੇ ਹੋ ਕਮਲਜੀਤ ਜੀ? ਕਨਸਟੀਟਿਊਸ਼ਨ ਦੇ ਵਿੱਚ ਸਟੇਟ ਲੈਜਿਸਲੇਟਿਵ ਅਸੈਂਬਲੀ ਲਈ ਤੇ ਪਾਰਲੀਮੈਂਟ ਦੇ ਲਈ ਜੇ ਸਪੀਕਰ ਦੀ ਜਾਂ ਚੇਅਰਮੈਨ ਦੀ ਅਪਾਇੰਟਮੈਂਟ ਕੀਤੀ ਗਈ ਹੈ ਔਰ ਜਿਹੜੀਆਂ ਪਾਵਰਸ ਦਿੱਤੀਆਂ ਗਈਆਂ ਇਹ ਪਾਵਰਸ ਬਹੁਤ ਹੱਦ ਤੱਕ ਪ੍ਰੋਟੈਕਟਡ ਨੇ 10th ਸ਼ਡਿਊਲ ਵਿਧਾਨ ਦੇ 10ਵੇਂ ਸ਼ਡਿਊਲ ਦੇ ਵਿੱਚ। ਸਪੀਕਰ ਕੋਲ ਇਹ ਪਾਵਰ ਜ਼ਰੂਰ ਹੈਗੀਆਂ ਨੇ, ਲੇਕਿਨ ਇਹਦਾ ਜੁਡੀਸ਼ੀਅਲ ਰਿਵਿਊ ਜਿਹੜਾ ਉਹ ਬਹੁਤ ਲਿਮਿਟਿਡ ਹੈ। ਅਨਲੈਸ ਕੋਈ ਨੈਚੁਰਲ ਜਸਟਿਸ ਕਿਤੇ ਨਾ ਹੋਇਆ ਹੋਵੇ ਔਰ ਕਿਤੇ ਅਨਰੀਜ਼ਨੇਬਿਲਿਟੀ ਦਾ ਐਕਸਟੈਂਟ ਇੱਥੋਂ ਤੱਕ ਆਇਆ ਹੋਵੇ ਜਿਹੜਾ ਕੋਰਟ ਦੀ ਕੌਨਸ਼ੀਅਸ ਨੂੰ ਪ੍ਰਿਕ ਕਰ ਰਿਹਾ ਹੋਵੇ, ਅਦਰਵਾਈਜ਼ ਇਹ ਜਿਹੜਾ ਡੋਮੇਨ ਹੈ ਇਹ ਸਪੀਕਰ ਦਾ ਹੀ ਡੋਮੇਨ ਸੀ। ਪਰ ਜੋ ਹੁਣ ਤੁਸੀਂ ਰਾਜਸਥਾਨ ਦੀ ਸਪੈਸੀਫਿਕ ਗੱਲ ਕੀਤੀ ਹੈ, ਇਹ ਮੇਰਾ ਪਰਸਨਲ ਵਿਊ ਹੈ। ਮੈਂ ਹਾਲੇ ਜਜਮੈਂਟ ਨਹੀਂ ਪੜ੍ਹ ਪਾਇਆ ਜੋ ਕੱਲ ਰਾਜਸਥਾਨ ਹਾਈ ਕੋਰਟ ਨੇ ਡਿਲੀਵਰ ਕੀਤੀ ਹੈ। ਇਹ ਮੇਰਾ ਪਰਸਨਲ ਵਿਊ ਇਹ ਹੈ ਕਿ ਹਾਲੇ ਸਿਰਫ ਸਪੀਕਰ ਸਾਹਿਬ ਨੇ ਇੱਕ ਸ਼ੋਕਾਜ਼ ਨੋਟਿਸ ਦਿੱਤਾ ਹੈ। ਉਸ ਸ਼ੋਕਾਜ਼ ਨੋਟਿਸ ਦੀ ਹਾਲੇ ਰਿਪਲਾਈ ਕੁਝ MLAs ਨੇ ਹੁਣ ਦੇਣੀ ਹੈ। ਉਹ ਰਿਪਲਾਈ ਆਉਣ ਤੋਂ ਬਾਅਦ ਸਪੀਕਰ ਸਾਹਿਬ ਚਾਹਣਗੇ ਪਰਸਨਲ ਹੀਅਰਿੰਗ ਦੇਣਾ ਔਰ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿੱਤਾ ਜਾ ਸਕਦਾ ਹੈ। ਮੇਰੇ ਹਿਸਾਬ ਨਾਲ ਹਾਲੇ ਗੱਲ ਬਹੁਤ ਪ੍ਰੀਮੈਚੁਰ ਸੀ ਜਿਹੜੀ ਕੋਰਟ ਤੱਕ ਪਹੁੰਚ ਗਈ। ਇੱਕ ਤੁਸੀਂ ਮੁੱਦਾ ਲਿੱਤਾ ਕਿ ਮੰਡੇ ਨੂੰ ਜੋ ਰੂਲਿੰਗ ਗਵਰਨਮੈਂਟ ਹੈ ਉਹਨਾਂ ਮੰਡੇ ਨੂੰ ਲੈਜਿਸਲੇਟਿਵ ਅਸੈਂਬਲੀ ਸੈਸ਼ਨ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਸਿਰਫ ਪ੍ਰੈਰੋਗੇਟਿਵ ਗਵਰਨਰ ਸਾਹਿਬ ਦਾ ਹੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਗਵਰਨਰ ਸਾਹਿਬ ਜਿਹੜਾ ਹੈ ਉਹ ਕਾਉਂਸਲ ਆਫ ਮਿਨਿਸਟਰਸ ਦੇ
ਏਡ ਔਰ ਐਡਵਾਈਸ ਦੇ ਨਾਲ ਹੀ ਐਕਟ ਅਪਨ ਕਰਦੇ ਨੇ। ਪਰ ਕਿਤੇ ਨਾ ਕਿਤੇ ਜਦੋਂ ਕੌਂਸਲ ਆਫ ਮਿਨਿਸਟਰਸ ਨੇ, ਜੇ ਕੌਂਸਲ ਆਫ ਮਿਨਿਸਟਰਸ ਨੇ ਤੁਹਾਨੂੰ ਅਸੈਂਬਲੀ ਸੈਸ਼ਨ ਬੁਲਾਉਣ ਦੀ ਗੱਲ ਕੀਤੀ ਹੈ ਤਾਂ ਗਵਰਨਰ ਨੂੰ ਅਨਲੈਸ ਰੈਜ਼ੋਲੂਸ਼ਨ ਪਾ ਕੇ ਭੇਜਿਆ ਬਕਾਇਦਾ, ਅਨਲੈਸ ਕੋਈ ਵੈਲਿਡ ਰੀਜ਼ਨਸ ਹੋਣ ਗਵਰਨਰ ਸਾਹਿਬ ਨੂੰ ਉਹਨੂੰ ਇਗਨੋਰ ਕਰਨ ਦੇ, ਨਹੀਂ ਤੇ ਗਵਰਨਰ ਹੈਜ਼ ਟੂ ਐਕਟ ਔਨ ਦੀ ਐਡਵਾਈਸ ਐਂਡ ਏਡ ਆਫ ਦੀ ਕੌਂਸਲ ਆਫ ਮਿਨਿਸਟਰਸ। ਹੁਣ ਇੱਥੇ ਵੀ ਗਵਰਨਰ ਸਾਹਿਬ ਨੇ ਕੋਈ ਬਹੁਤ ਹੀ ਐਸੀ ਗੱਲ ਨਹੀਂ ਕੀਤੀ ਜੋ ਮੇਰੇ ਨੋਟਿਸ ਵਿੱਚ ਆਈ ਹੈ, ਕਿਉਂਕਿ ਇੱਕ ਮੁੱਦਾ ਜੋ ਰਾਜਸਥਾਨ ਹਾਈ ਕੋਰਟ ਨੇ ਕੱਲ ਰਿਜ਼ੋਲਵ ਕੀਤਾ ਹੈ ਉਹਦਾ ਇਸ਼ੂ ਕਨੈਕਟਡ ਮੈਟਰ ਜੋ ਹੈ ਸੁਪਰੀਮ ਕੋਰਟ ਕੋਲ ਪੈਂਡਿੰਗ ਹੈ, ਜੋ ਮੰਡੇ ਨੂੰ ਲੱਗਿਆ ਹੋਇਆ ਹੈ। तो शायद गवर्नर साहब ਉਹ ਇੱਕ ਵੱਖਰਾ ਇਸ਼ੂ ਹੈ ਉਹਨਾਂ ਦੀ ਦਿੱਤੀ ਹੈ ਕਿ ਕੀ ਅਸੀਂ ਮੰਡੇ ਦੇ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਵੀ ਇਹਨੂੰ ਰੱਖ ਸਕਦੇ ਹਾਂ, ਇਹਦੇ ਵਿੱਚ 1-2 ਦਿਨ ਹੋਰ ਅੱਗੇ ਪਿੱਛੇ ਕਰ ਸਕਦੇ ਹਾਂ, ਇਸ ਤੋਂ ਬਾਅਦ ਹੋਰ ਹਾਲੇ ਕੋਈ ਉੱਥੇ ਗੱਲ ਨਹੀਂ। ਪਰ ਜਿਹੜਾ ਰਾਜਸਥਾਨ ਹਾਈ ਕੋਰਟ ਕੋਲ ਮੁੱਦਾ ਆਇਆ ਇਹਦੇ ਸ਼ੋਕਸ ਨੋਟਿਸ ਤੋਂ ਬਾਅਦ, ਉਹ ਮੇਰਾ ਆਪਣਾ ਓਪੀਨੀਅਨ ਇਹ ਹੈ ਉਹ ਸਪੀਕਰ ਦੀ ਡੋਮੇਨ ਵਿੱਚ ਸੀ, ਕਨਸਟੀਟਿਊਸ਼ਨਲ ਪਾਵਰ ਹੈ ਸਪੀਕਰ ਦੇ ਕੋਲ, ਔਰ ਉਹ ਹਾਲੇ ਮੁੱਦਾ ਸ਼ਾਇਦ ਆਪਣੇ ਆਪ ਵਿੱਚ ਵੀ ਪ੍ਰੀਮੈਚੁਰ ਸੀ। ਬਿਲਕੁਲ ਠੀਕ ਜਿਹੜਾ ਪ੍ਰੋਫੈਸਰ ਮਨਜੀਤ ਸਿੰਘ ਜੀ, ਜਿਸ ਤਰੀਕੇ ਨਾਲ ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਨੇ ਬਾਰ-ਬਾਰ ਇਹ ਕਮੈਂਟ ਕੀਤੇ ਹੈ ਕਿ ਜੋ ਕੁਝ ਵਾਪਰਿਆ ਲੱਗਦਾ ਕਿ ਉੱਪਰਲੀ ਪੱਧਰ ਤੇ ਗਵਰਨਰ ਦੇ ਉੱਤੇ ਦਬਾਅ ਹੈ। ਅੱਗੇ ਵੀ ਹਿੰਦੁਸਤਾਨ 'ਚ ਇਹ ਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ। ਜਿਹੜੇ ਰਾਜਸੀ ਪੰਡਤ ਆ ਉਹ ਕਹਿੰਦੇ ਜੇ ਪਿਛਲੇ ਸਮਿਆਂ 'ਚ ਝਾਤ ਮਾਰੀਏ ਤਾਂ ਦਰਜਨਾਂ ਸਰਕਾਰਾਂ ਜਿਹੜੀਆਂ ਹੈਗੀਆਂ ਸਪੀਕਰਾਂ ਨੇ ਤੋੜੀਆਂ। ਕੇਂਦਰ ਦੇ ਕਹਿਣ ਦੇ ਉੱਤੇ ਕੇਂਦਰ ਦੀ ਸਰਕਾਰ ਜੇ ਚਾਹੁੰਦੀ ਸੀ, ਪੰਜਾਬ ਵੀ ਬਹੁਤ ਭੁਗਤ ਭੋਗੀ ਹੈ ਇਹਨਾਂ ਮਾਮਲਿਆਂ ਦਾ। ਇਸ ਮਾਮਲੇ 'ਤੇ ਹੁਣ ਫੇਰ ਆ ਕੇ ਗੱਲ ਇੱਥੇ ਖੜੀ ਹੈ ਕਿ ਕਿਹਾ ਜਾ ਰਿਹਾ ਕਿ ਕੇਂਦਰ ਦਾ ਦਬਾਅ ਹੈ, ਇਸ ਕਰਕੇ ਜਿਹੜਾ ਹੈਗਾ ਸਪੀਕਰ ਨੂੰ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੇ ਬਾਰੇ 'ਚ ਗਵਰਨਰ ਜਿਹੜਾ ਨਾ ਹਾਂ ਕਰ ਰਿਹਾ ਨਾ ਕਰ ਰਿਹਾ, ਲਟਕਾ ਰਿਹਾ ਇਸ ਮਾਮਲੇ ਨੂੰ। ਇਹ ਕਿਹੋ ਜਿਹਾ ਕਾਨੂੰਨੀ ਪੱਧਰ 'ਤੇ ਦੇਸ਼ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਖੜੀ ਹੋ ਰਹੀ ਹੈ ਜੇ ਇੱਦਾਂ ਦੀਆਂ ਪ੍ਰਸਥਿਤੀਆਂ ਦੇ ਵਿੱਚ ਕੋਈ ਫੈਸਲਾ ਨਹੀਂ ਲਿਆ ਜਾਏਗਾ ਫੌਰੀ ਤੌਰ 'ਤੇ। ਪ੍ਰੋਫੈਸਰ ਮਨਜੀਤ ਸਿੰਘ ਜੀ, ਇਹ ਬਹੁਤ ਇੰਪੋਰਟੈਂਟ ਗੱਲ ਆ ਤੁਸੀਂ ਰੱਖੀ ਹੈ, ਬਹੁਤ ਹੀ ਇੰਪੋਰਟੈਂਟ, ਕਿ ਮੈਨੂੰ ਲੱਗਦਾ ਕਿ ਇਹਦੇ ਨਾਲ ਦੇਸ਼ ਦਾ ਜਿਹੜਾ ਭਵਿੱਖ, ਇੱਥੇ ਕੀ ਲੋਕਤੰਤਰ ਰਹਿਣਾ ਜਾਂ ਨਹੀਂ ਰਹਿਣਾ, ਉਹਦਾ ਭਵਿੱਖ ਤੈਅ ਹੋ ਜਾਊਗਾ। ਇਹ ਫੈਸਲਾ ਕਿੱਧਰ ਨੂੰ ਜਾਂਦਾ, ਇਹ ਇੰਨਾ ਅਹਿਮ ਫੈਸਲਾ, ਇਹਨੂੰ ਸਿੰਪਲੀ ਇੱਕ ਟੈਕਨੀਕਲ ਜੁਡੀਸ਼ੀਅਲ ਫੈਸਲਾ ਨਾ ਸਮਝੋ, ਦੇਸ਼ ਦੀ ਰਾਜਨੀਤੀ ਨੂੰ ਸਿੱਧਾ ਸਿੱਧਾ ਪ੍ਰਭਾਵਿਤ ਕਰਨ ਵਾਲਾ। ਮੈਂ ਵਿੱਚੇ ਇੱਕ ਕਮੈਂਟ ਜਿਹੜਾ ਕਮਲਜੀਤ ਉਹਨਾਂ ਨੇ ਕਿਹਾ ਸੀਗਾ ਕਿ ਪਹਿਲਾਂ ਉਹ ਦੇ ਦਿਆਂ ਫਿਰ ਮੈਂ ਇਹਦੇ 'ਤੇ ਗੱਲ ਕਰਦਾ। ਜਿਹੜਾ ਇਹਨਾਂ ਨੇ ਕਿਹਾ ਸੀਗਾ ਕਿ ਸਾਡੇ ਬਰਡਨਡ ਆ, ਜਿਹੜੇ ਜੱਜ ਬਹੁਤ ਸਾਰੇ ਬਰਡਨਡ ਹੈਗੇ ਆ, ਇਸ ਕਰਕੇ ਸਾਡਾ ਇਨਐਫੀਸ਼ੀਐਂਸੀ। ਇਸ ਤਰ੍ਹਾਂ ਨਹੀਂ ਹੈ, ਉਹ ਨਲਾਇਕ ਦਾ ਬਸਤਾ ਭਾਰੀ ਵਾਲੀ ਗੱਲ ਆ। ਜੇ ਕੇਸ ਡਿਸਾਈਡ ਹੀ ਨਹੀਂ ਕਰਨੇ ਤਾਂ ਬਰਡਨਡ ਹੀ ਹੋਣੇ ਆ। ਆਪਾਂ ਨੂੰ ਸਿਸਟਮ ਨੂੰ ਐਫੀਸ਼ੀਐਂਟ ਬਣਾਉਣ ਦੀ ਲੋੜ ਆ ਕਮਲਜੀਤ ਜੀ। ਆਪਾਂ ਸਿਸਟਮ ਨੂੰ ਦੁਬਾਰਾ ਰਿਵਿਊ ਨਹੀਂ ਕਰਦੇ। ਪੈਂਡੈਂਸੀ ਜੇ 20-30 ਸਾਲ ਕੇਸ ਪਏ ਰਹਿਣਗੇ ਤਾਂ ਕੁਦਰਤੀ ਆ। ਫਿਰ ਆਪਾਂ ਇਹ ਥੋੜੀ ਕਹਾਂਗੇ ਕਿ ਜੱਜ ਜਿਹੜੇ ਆ ਹੁਣ ਇਹਨੂੰ ਛੇਤੀ ਕਰ ਦੇਣਗੇ ਨਾ। ਤੁਸੀਂ ਹੋਰ 1 ਲੱਖ ਜੱਜ ਪੈਦਾ ਕਰ ਲਓ, ਉਹ ਉਨੀ ਪੈਂਡੈਂਸੀ ਰਹੂਗੀ। ਇਸ ਕਰਕੇ ਸਿਸਟਮ ਨੂੰ ਐਫੀਸ਼ੀਐਂਟ ਬਣਾਉਣ ਵਾਲੀ ਗੱਲ ਉਹ ਬੜੀ ਇੰਪੋਰਟੈਂਟ। ਦੂਜੀ ਗੱਲ, ਇਹ ਕਹਿੰਦੇ ਕਿ ਕੋਈ ਗਲਤੀ ਨਾਲ ਫੈਸਲਾ, ਇਸ ਤਰ੍ਹਾਂ ਨਹੀਂ ਹੈ। ਅਯੁੱਧਿਆ ਦਾ ਐਡਾ ਫੇਮਸ ਕੇਸ ਸੀਗਾ, ਜਾ ਕੇ ਹੁਣ ਰਾਜ ਸਭਾ ਦਾ ਮੈਂਬਰ ਬਣ ਕੇ ਬਹਿ ਗਿਆ ਕਿ ਕੋਈ, ਔਰ ਉਹਦੀ ਜਿਹੜੀ ਪ੍ਰੋਸੀਡਿੰਗ ਸਾਰੀ ਕੇਸ ਦੀ ਸੀਗੀ, ਸਾਰੀ ਕੇਸ ਦੀ, ਉਹ ਇੱਕ ਗੱਲ ਕਹਿੰਦੀ ਸੀ, ਫੈਸਲਾ ਦੂਜੇ ਪਾਸੇ ਦਿੱਤਾ, ਔਰ ਉਹਦੇ ਰਿਜ਼ਲਟ ਜਿਹੜੇ 4 ਮਹੀਨਿਆਂ ਦੇ ਬਾਅਦ ਜਾ ਕੇ ਤੁਸੀਂ ਰਾਜ ਸਭਾ ਮੈਂਬਰ ਤੇ ਛੇਮ ਦੇ ਨਾਅਰੇ ਲੱਗਦੇ ਆ ਉੱਥੇ। ਇਸ ਕਰਕੇ ਜਿਹੜੀ ਰਾਜਨੀਤੀਕਰਨ ਤੁਹਾਡੀ ਕੋਰਟਾਂ ਦਾ ਹੋ ਰਿਹਾ, ਉਸ ਤੇ ਵੀ ਥੋੜੇ ਤੁਸੀਂ ਚੰਗੇ ਸੀਨੀਅਰ ਐਡਵੋਕੇਟ ਹੈਗੇ, ਥੋੜਾ ਧਿਆਨ ਦਿਓ ਕਿ ਇਹ ਨਹੀਂ ਹੋਣਾ ਚਾਹੀਦਾ। ਤੇ ਉਸੇ ਹੀ ਲੜੀ ਦੇ ਵਿੱਚ ਇਹ ਜਿਹੜਾ ਰਾਜਸਥਾਨ ਦੀ ਗੌਰਮੈਂਟ ਦਾ ਕੇਸ ਹੈਗਾ, ਬਿਲਕੁਲ ਉਸੇ ਲੜੀ 'ਚ ਆ। 1992 'ਚ ਇਹੀ ਸੁਪਰੀਮ ਕੋਰਟ ਦੇ 5 ਜੱਜ ਫੈਸਲਾ ਕਰਦੇ ਆ ਕਿ ਇਹ ਪ੍ਰੀਵਿਊ ਸਪੀਕਰ ਦਾ ਹੈਗਾ, ਇਹਦੇ 'ਚ ਕੋਈ ਕੋਰਟ ਨੂੰ ਕਿਸੇ ਨੂੰ ਨਹੀਂ ਦੇਣਾ ਚਾਹੀਦਾ। ਹੁਣ 3 ਜੱਜ ਬਹਿ ਕੇ, ਮੇਰਾ ਖਿਆਲ 2 ਜਾਂ 3 ਜੱਜ, ਮੈਨੂੰ ਪੱਕਾ ਪਤਾ ਨਹੀਂ, ਉਹ ਬਹਿ ਕੇ ਕਹਿੰਦੇ ਆ ਕਿ ਨਹੀਂ, ਜੋ ਹਾਈ ਕੋਰਟ ਦਾ ਫੈਸਲਾ ਆ ਉਹਦੇ ਬਾਰੇ ਕਿ ਜਿਹੜੀ ਵਿਪ ਆ ਉਹ ਤੇ ਅੰਦਰ ਹੀ ਜੁਆਇਨ ਕੀਤੀ ਸਕਦੀ ਆ, ਬਾਹਰ ਨਹੀਂ ਕੀਤੀ ਜਾ ਸਕਦੀ। ਤੁਸੀਂ ਡਿਸੈਂਟ ਨੂੰ ਕਿਵੇਂ ਕਰ ਸਕਦੇ ਆ? ਡਿਸੈਂਟ ਹੈ, ਡਿਸੈਂਟ ਦੇਣਾ ਕਿ 2 ਵਾਰੀ ਪ੍ਰੋਫੈਸਰ ਮਨਜੀਤ ਸਿੰਘ ਇਹ ਵੀ ਕਿਹਾ ਗਿਆ, ਪਬਲਿਕ ਪ੍ਰੋਫੈਸਰ ਮਨਜੀਤ ਸਿੰਘ ਜੀ ਇਹ ਵੀ ਕਿਹਾ ਗਿਆ ਸੁਪਰੀਮ ਕੋਰਟ ਦੀ ਜਦੋਂ ਗੱਲ ਕਰ ਰਹੇ ਹਾਂ ਕਿ ਸਪੀਕਰ ਜਿਹੜਾ ਹੈਗਾ ਸੁਪਰੀਮ ਕੋਰਟ ਦੇ 'ਚ ਆਏ ਹੀ ਕਿਉਂ, ਲੋੜ ਹੀ ਨਹੀਂ ਸੀ। ਇਹਦਾ ਮਤਲਬ ਕਿ ਕੋਈ ਮਾਮਲਾ ਹੋਏਗਾ, ਸਪੀਕਰ ਦੇ ਆਉਣ ਦੇ ਉੱਤੇ ਵੀ ਸਵਾਲ ਉੱਠਿਆ। ਸਾਫ਼ ਪਤਾ ਲੱਗ ਰਿਹਾ ਨਾ ਕਿ ਆਪਣੇ ਹੀ 5 ਜੱਜਾਂ ਦੇ ਬੈਂਚ ਦੇ 1992 ਦੇ ਕੇਸ ਨੂੰ ਬਿਨਾਂ ਪੜ੍ਹਿਆ ਉੱਥੇ ਰਾਜਨੀਤੀ ਕਰਨੀ ਚਾਹੁੰਦੇ ਆ। ਕੀ ਹੋ ਰਿਹਾ ਏ? ਇਸ ਕਰਕੇ ਜੇ ਤੁਸੀਂ ਇਹਨਾਂ ਗੱਲਾਂ ਨੂੰ ਜਿਹੜੀਆਂ ਬਾਹਰ ਆ ਸਾਡੀਆਂ ਸਵਾਲ ਨਹੀਂ ਕਰਨਗੀਆਂ ਤਾਂ ਇਹਦਾ ਪੱਠਾ ਬਹਿੰਦਾ ਜਾਊਗਾ। ਇਹ ਬਹੁਤ ਇੰਪੋਰਟੈਂਟ ਗੱਲ ਹੈ। ਉਹਨਾਂ ਨੂੰ ਪਬਲਿਕਲੀ 2 ਵਾਰੀ ਮੀਟਿੰਗਾਂ 'ਚ ਸੱਦਿਆ ਗਿਆ,
ਉਹ ਮੀਟਿੰਗਾਂ 'ਚ ਆਏ ਨਹੀਂ। ਹਰਿਆਣੇ 'ਚ ਜਾ ਕੇ ਜਿੱਥੇ ਖੱਟੜ ਦੀ ਬੀਜੇਪੀ ਦੀ ਗਵਰਨਮੈਂਟ ਆ, ਹੋਟਲ 'ਚ ਬੈਠੇ ਆ ਜਾ ਕੇ, ਜਦੋਂ ਬੰਦੇ ਉਹਨਾਂ ਨੂੰ ਮਿਲਣ ਗਏ, ਲੈਣ ਗਏ, ਉਹਨਾਂ ਨੇ ਉੱਥੇ ਉਹਨਾਂ ਨੂੰ ਮਿਲ ਨਹੀਂ ਦਿੱਤਾ, ਉੱਥੇ ਬਾਉਂਸਰ ਰੱਖਿਆ, ਆਪਣੀ ਹੋਰ ਸਾਫ ਸਿਕਿਉਰਿਟੀ 'ਚ ਉਹਨਾਂ ਨੂੰ ਬੰਦ ਕਰਕੇ ਰੱਖਿਆ ਹੋਇਆ। ਇਹ ਸਾਰੇ ਹਾਲਾਤ ਸੰਵਿਧਾਨ ਦੀ ਕਲਾਸ 191 ਪਾਰਟ 2 ਤੇ 10th ਸ਼ਡਿਊਲ ਜਿਹਦੀ ਕਮਲਜੀਤ ਜੀ ਗੱਲ ਕਰ ਰਿਹਾ, ਜੇ ਤੁਸੀਂ ਉਹਨਾਂ ਨੂੰ ਜੋੜ ਕੇ ਪੜ੍ਹੋਗੇ ਤੇ ਸਾਫ਼ ਨਜ਼ਰ ਆਉਂਦਾ ਕਿ ਇਹ ਇਨਕਰੋਚਮੈਂਟ ਆ ਸਪੀਕਰ ਦੀ ਪਾਵਰ ਦੇ ਉੱਤੇ। ਜੇ ਤੁਸੀਂ ਕੋਰਟਾਂ ਨੇ ਹੁਣ ਸਪੀਕਰ ਦੀ ਜਿਹੜੀ ਪਾਵਰ ਨੂੰ ਇਨਕਰੋਚ ਕਰ ਲਿਆ ਤੇ ਜੋ ਕੋਰਟਾਂ ਅੱਜ ਕੱਲ੍ਹ ਕਰਤੂਤਾਂ ਬੇਕਰਤੂਤੀਆਂ ਕਰ ਰਹੀਆਂ ਆ, ਉਹੀ ਹਾਲਤ ਹੋਊਗੀ। ਕੋਰਟਾਂ ਵੀ ਗਈਆਂ, ਸਪੀਕਰ ਵੀ ਗਿਆ, ਸਟੇਟਾਂ ਦੀਆਂ ਅਸੈਂਬਲੀਆਂ, ਫਿਰ ਤੁਸੀਂ ਕਿਸੇ ਪਾਰਟੀ ਤੋਂ ਜਿੱਤ ਲਓ। ਤੀਜੀ ਗਵਰਨਮੈਂਟ ਆ ਬਾਈ ਦਾ ਵੇ, ਕਰਨਾਟਕਾ, ਮੱਧ ਪ੍ਰਦੇਸ਼ ਔਰ ਉਦੋਂ ਬਾਅਦ ਇਹ ਰਾਜਸਥਾਨ। ਚੁਣੀਆਂ ਹੋਈਆਂ ਗਵਰਨਮੈਂਟਾਂ ਨੂੰ ਤੋੜਿਆ ਜਾ ਰਿਹਾ। ਜਦੋਂ ਲੋਕ ਜਾ ਕੇ ਕੋਰਟ ਦਾ ਕੁੰਡਾ ਖੜਕਾਉਂਦੇ ਆ ਕਿ ਹਾਲ ਦਵਾਈ ਪਾਉਂਦੇ ਆ ਕਿ ਕਿਤੇ ਬਚਾਓ, ਤੇ ਕੋਰਟਾਂ ਕਹਿੰਦੀਆਂ ਕਿ ਇਹ ਤੁਸੀਂ ਜਾ ਕੇ ਵਾਪਸ ਜਾਓ, ਤੁਸੀਂ ਲੈਣ ਕੀ ਆਏ ਆ, ਜਿਹੜੀ ਤੁਸੀਂ ਗੱਲ ਕਹਿੰਦੇ ਆ। ਕਿੱਥੇ ਜਾਣਗੇ ਲੋਕ? ਇਸ ਕਰਕੇ ਦੇਖੋ ਹਾਲਾਤ ਇਹ ਬਣੀ ਹੈ, ਉੱਥੇ ਜਾ ਕੇ 100 ਬੰਦਾ ਬੈਠਾ ਰਿਹਾ, ਜਾ ਕੇ 5 ਘੰਟੇ ਧਰਨਾ ਦੇਣਾ ਪਿਆ ਕਿ ਤੁਸੀਂ ਗਵਰਨਰ ਜਿਹੜਾ ਉਹ ਬਿਲਕੁਲ ਹੀ ਤੁਸੀਂ ਇਸ ਤਰ੍ਹਾਂ ਘੁੱਗਲ ਘੁੱਟਣਾ ਥੋੜਾ ਕੋਈ ਗਵਰਨਰ ਹੁੰਦਾ ਆ, ਉਹਨੂੰ ਮੰਨਣੀ ਚਾਹੀਦੀ ਹੈ। ਕਹਿੰਦੇ ਜੀ ਮੇਰੇ ਕੋਲ ਡੇਟ ਨਹੀਂ ਮੰਗੀ, ਡੇਟ ਨਹੀਂ ਮੰਗੀ, ਮੈਨੂੰ ਟਾਈਮ ਨਹੀਂ ਦਿੱਤਾ। ਉਹਨਾਂ ਰਾਤ ਨੂੰ ਕੈਬਨਿਟ ਦਾ ਫੈਸਲਾ ਕਰਕੇ ਦੇ ਦਿੱਤਾ ਕਿ ਸਾਨੂੰ ਛੇਤੀ ਤੋਂ ਛੇਤੀ ਸੋਮਵਾਰ ਨੂੰ ਸਾਡਾ ਸੈਸ਼ਨ ਸੱਦਿਆ ਜਾਣਾ, ਵੀ ਵਿਲ ਪ੍ਰੂਵ ਔਨ ਦਾ ਫਲੋਰ ਆਫ ਦਾ ਹਾਊਸ। ਦੇਖੋ ਇਹ ਥੈਂਕ ਯੂ ਵੈਰੀ ਮਚ ਪ੍ਰੈਸਾ। ਬਿਲਕੁਲ ਸੈਸ਼ਨ ਪਹਿਲਾਂ ਇਹ ਆਪ ਹੀ ਮੰਗ ਰਹੇ ਸੀ, ਜਿਹੜੇ ਪਾਇਲਟ ਵਗੈਰਾ ਥੈਂਕ ਯੂ ਬਿਲਕੁਲ ਅਸੈਂਬਲੀ ਸੈਸ਼ਨ ਬੁਲਾਓ, ਤੁਹਾਡੀ ਗੱਲ ਆ ਗਈ, ਸੈਸ਼ਨ ਹੋਣ ਨਹੀਂ ਦੇ ਰਹੇ। ਇਸ ਕਰਕੇ ਜੋ ਧੱਕਾ ਤੁਹਾਡੀ ਗੱਲ ਆ ਗਈ ਜਾਂ ਸੈਂਟਰ ਦੀਆਂ ਪਾਰਟੀਆਂ ਰਾਹੀਂ ਹੋ ਰਿਹਾ ਸੂਬਿਆਂ ਨਾਲ, ਇਹ ਆਉਣ ਵਾਲੇ ਨੂੰ ਸੰਘੀ ਢਾਂਚੇ ਦੀ ਸੰਘੀ ਬਿਲਕੁਲ ਕੁੱਟੀ ਜਾ ਰਹੀ ਜੀ। ਥੈਂਕ ਯੂ ਪ੍ਰੈਸਾ। ਤੁਸੀਂ ਜਾਣਦੇ ਹੋ ਇਹ ਹਿੰਦੁਸਤਾਨ ਹੈ, ਇੱਥੇ ਜੋ ਰਾਸ਼ਟਰਪਤੀ ਰਾਜ ਖਤਮ ਕਰਨਾ ਹੁੰਦਾ ਹੈ ਤਦ ਦੀ ਰਾਤ ਨੂੰ ਰਾਸ਼ਟਰਪਤੀ ਰਾਜ ਖਤਮ ਕਰਕੇ ਅਗਲੇ ਦਿਨ ਵਿਧਾਨ ਸਭਾ ਦਾ ਸੈਸ਼ਨ ਬੁਲਾ ਲਿਆ ਜਾਂਦਾ ਹੈ। ਇਹ ਪੋਲੀਟੀਕਲ ਬਿੱਲ ਤੇ ਨਿਰਭਰ ਕਰਦਾ ਹੈ। ਸੈਣੀ ਸਾਹਿਬ, ਜਿਸ ਤਰ੍ਹਾਂ ਦੀ ਸਪੀਕਰ ਦੇ ਮਾਮਲੇ ਨੂੰ ਲੈ ਕੇ ਰਾਜਸਥਾਨ ਦੇ ਮੁੱਖ ਮੰਤਰੀ ਦੇ ਕਮੈਂਟਸ ਆ ਰਿਹਾ ਹੈ, ਇਸ ਤੋਂ ਪਹਿਲਾਂ ਬੰਗਾਲ ਦੀ ਮੁੱਖ ਮੰਤਰੀ ਨੇ ਵੀ ਕਿਹਾ ਕਿ ਕੇਂਦਰ ਜਿਹੜਾ ਹੈਗਾ ਵਿਰੋਧੀ ਤਰ੍ਹਾਂ ਦੀਆਂ ਜਿਹੜੀਆਂ ਸਰਕਾਰਾਂ ਹੈ ਉਹਨਾਂ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਰਚ ਰਿਹਾ ਹੈ। ਕੀ ਇਹ ਲੱਗਦਾ ਕਿ ਜੋ ਕੁਝ ਵਰਤਾਰਾ ਹੈਗਾ, ਜਿੱਦਾਂ ਪ੍ਰੈਸ ਸਾਹਿਬ ਨੇ ਕਮੈਂਟਸ ਕੀਤੇ ਹੈ, ਸਾਡੀ ਜਿਹੜੀ ਡੈਮੋਕ੍ਰੇਸੀ ਹੈ, ਡੈਮੋਕ੍ਰੇਟਿਕ ਰੁਝਾਨ ਹੈ, ਜਿਹੜਾ ਸੰਵਿਧਾਨ ਦੇ ਅਧੀਨ ਜਿਹੜਾ ਹੈਗਾ ਕਨਸਟੀਟਿਊਸ਼ਨ ਹੈ, ਉਸ ਨੂੰ ਬੁਰੀ ਤਰ੍ਹਾਂ ਜਿਹੜਾ ਹੈਗਾ ਪ੍ਰਭਾਵਿਤ ਕਰ ਰਹੀਆਂ, ਜੋ ਕੁਝ ਵਾਪਰ ਰਿਹਾ ਹੈ। ਕੀ ਦੇਖ ਰਹੇ ਹੋ ਸੈਣੀ ਸਾਹਿਬ ਇਸ ਮੁੱਦੇ ਤੇ? ਇਦਾਂ ਹੈ ਸੰਧੂ ਸਾਹਿਬ, ਜੋ ਹੋ ਰਿਹਾ ਹੈ ਸਾਰਾ ਮੰਦਭਾਗਾ ਹੋ ਰਿਹਾ ਹੈ। ਜੋ ਸੈਂਟਰ 'ਚ ਬੈਠੀ ਹੈ ਸਰਕਾਰ, ਉਹ ਨੈਚੁਰਲੀ ਹੈ, ਜਿਹੜੀਆਂ ਸਟੇਟਾਂ ਹੁੰਦੀਆਂ ਉਹਨਾਂ ਤੇ ਆਪ ਦਾ ਪ੍ਰਭਾਵ ਜਿਹੜਾ ਹੈਗਾ ਉਹ ਛੱਡਦੀ ਹੈ। ਉਹ ਹਰ ਤਰ੍ਹਾਂ ਦੇ ਹੱਥਕੰਡੇ ਵਰਤਦੀ ਹੈ ਵੀ ਨਿਚਲੀਆਂ ਸਰਕਾਰਾਂ ਨੂੰ ਡਿੱਗਿਆ ਜਾਵੇ, ਆਪਦੀਆਂ ਸਰਕਾਰਾਂ ਉੱਥੇ ਬਣਾਈਆਂ ਜਾਣ। ਪਿਛਲੇ ਸਮੇਂ ਦੌਰਾਨ ਵੀ ਆਪਾਂ ਦੇਖ ਰਹੇ ਹਾਂ ਕਾਫੀ ਜਿਹੜੀ ਹੈਗੀ ਆ ਉਥਲ ਪੁਥਲ ਜਿਹੜੀ ਹੈਗੀ ਹੈ ਉਹ ਸੈਂਟਰ ਸਰਕਾਰ ਜਿਹੜੀ ਹੈਗੀ ਆ ਨਿਚਲੀਆਂ ਸਰਕਾਰਾਂ ਵਿੱਚ ਕਰ ਰਹੀ ਹੈ ਜੀ। ਕਮਲਜੀਤ ਜੀ, ਜਿਸ ਮਾਮਲੇ ਤੇ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਕਮੈਂਟ ਕੀਤੇ ਹੈ, ਉਹਨਾਂ ਨੇ ਜੁਡੀਸ਼ਰੀ ਦੇ ਮੁੱਦੇ ਤੇ ਵੀ ਗੱਲ ਕੀਤੀ ਹੈ, ਜਿਹੜੀ ਹੈਗੀ ਹੈ ਕਿ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਮਾਮਲਿਆਂ 'ਚ ਜੁਡੀਸ਼ਰੀ ਨੇ ਜਾਣਬੁੱਝ ਕੇ ਇੱਦਾਂ ਦਾ ਪੱਖਪਾਤ ਦਾ ਜਿਹੜਾ ਹੈਗਾ ਰਵੱਈਆ ਉਹ ਅਪਣਾਇਆ। ਤੇ ਦੂਜਾ ਉਹਨਾਂ ਦਾ ਵੱਡਾ ਕਮੈਂਟਸ ਇਹ ਵੀ ਹੈ ਨਾਲ ਕਿ ਜੋ ਕੁਝ ਰਾਜਸਥਾਨ ਦੇ ਵਿੱਚ ਵਾਪਰ ਰਿਹਾ, ਹਿੰਦੁਸਤਾਨ ਦੀ ਜਿਹੜੀ ਡੈਮੋਕ੍ਰੇਸੀ ਹੈ ਉਸ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ ਜੇ ਇੱਦਾਂ ਦੀਆਂ ਘਟਨਾਵਾਂ ਦੇ ਉੱਤੇ ਚਾਹੇ ਜੁਡੀਸ਼ਰੀ ਹੈ, ਚਾਹੇ ਗਵਰਨਰ ਹੈ, ਜਾਂ ਕੇਂਦਰ ਦੀ ਸਰਕਾਰ ਦੀ ਸਟੈਂਪ ਲਾ ਕੇ ਵਿਰੋਧੀ ਧਿਰਾਂ ਨੂੰ ਉਲਟਾਇਆ ਜਾਏਗਾ। ਜੀ ਕਮਲਜੀਤ ਜੀ। ਦੇਖੋ ਗੁਰੂ ਜੀ ਇੱਕ ਗੱਲ ਕਹੀ ਸੀ ਕਿ ਮੇਰਾ ਆਪਣਾ ਪਰਸਨਲ ਵਿਊ ਹੈ ਕਿ ਹਾਲੇ ਜੋ ਸਪੀਕਰ ਨੋਟਿਸ ਦਿੱਤਾ ਹੈ, ਸ਼ੋਕਾਜ਼ ਨੋਟਿਸ ਦਿੱਤਾ ਹੈ, ਉਹ ਸਪੀਕਰ ਦੀ ਪਾਵਰ ਦੇ ਅਧੀਨ ਆਉਂਦਾ ਹੈ ਔਰ ਸਪੀਕਰ ਨੇ ਉਸ ਨੋਟਿਸ ਤੋਂ ਰਿਪਲਾਈ ਮੰਗੀ ਉਹਨਾਂ ਦੀ। ਕੋਈ ਐਕਸ਼ਨ ਨਹੀਂ ਕਿਸੇ ਐਮਐਲਏ ਦੇ ਖਿਲਾਫ ਹੋਇਆ, ਕੋਈ ਐਕਸ਼ਨ ਹੋਏਗਾ ਜਾਂ ਨਹੀਂ ਹੋਏਗਾ ਇਹ ਸਪੀਕਰ ਸਾਹਿਬ ਨੇ ਤੈਅ ਕਰਨਾ ਹੁੰਦਾ ਹੈ। ਸਾਡਾ ਸੰਵਿਧਾਨ ਸਪੀਕਰ ਨੂੰ ਇੱਕ ਤਾਕਤ ਇਹੋ ਜਿਹੀ ਪ੍ਰੋਵਾਈਡ ਕਰਦਾ ਹੈ, ਇੱਕ ਪਾਵਰ ਇਹੋ ਜਿਹੀ ਪ੍ਰੋਵਾਈਡ ਕਰਦਾ ਹੈ ਕਿ ਇਹ ਚੀਜ਼ਾਂ ਸਪੀਕਰ ਨੇ ਦੇਖਣੀਆਂ ਹੁੰਦੀਆਂ ਨੇ। ਮੈਂ ਤਾਂ ਖੁਦ ਕਿ ਇਹ ਜੋ ਮਸਲਾ ਸੀ ਮੇਰੇ ਹਿਸਾਬ ਦੇ ਨਾਲ, ਇਹ ਮੇਰੀ ਓਪੀਨੀਅਨ ਹੈ, ਇਹ ਪ੍ਰੀਮੈਚੁਰ ਸੀ, ਕਚਹਿਰੀ ਜਾਣਾ ਹੀ ਨਹੀਂ ਚਾਹੀਦਾ ਸੀ ਸਚਿਨ ਪਾਇਲਟ ਵਗੈਰਾ ਨੂੰ, ਜਾਂ ਉਹ ਜੋ ਵੀ ਕਚਹਿਰੀ ਦੇ ਵਿੱਚ ਉੱਥੇ ਰਾਜਸਥਾਨ ਹਾਈ ਕੋਰਟ ਹੋਇਆ। ਹੁਣ ਸੁਪਰੀਮ ਕੋਰਟ ਨੇ ਕਮੈਂਟ ਕੀਤਾ, ਤੁਸੀਂ ਇੱਕ ਹੋਰ ਗੱਲ ਕਹੀ ਕਿ ਸੁਪਰੀਮ ਕੋਰਟ ਨੇ ਕਮੈਂਟ ਕੀਤਾ ਹੈ ਕਿ ਸਪੀਕਰ ਨਾਨ ਪਾਰਟੀਸੀਅਨ ਹੋਣਾ ਚਾਹੀਦਾ ਹੈ ਤਾਂ ਕਿ ਸਪੀਕਰ ਨੂੰ ਕਿਸੇ ਸਾਈਡ ਤੇ ਨਾ ਲਿੱਤਾ ਜਾਵੇ। ਇਹਦੇ ਬਾਰੇ ਕੋਈ ਸ਼ੱਕ ਜੇ ਸਪੀਕਰ ਨੂੰ ਲੋੜ ਪਈ ਸੁਪਰੀਮ ਕੋਰਟ
शायद इसे करके पई कि क्या इस वेले मसला प्री मैच्योर है, क्या कोर्ट एंटरटेन कर सकती है मेरे शोकाज नोटिस से, क्या मेरे शोकाज नोटिस देने का हक है। जो मैं 10th शेड्यूल की गल की थी प्रोफेसर मनजीत साहब ने जो रेफर किया, जो असी सारे बनते हैं कि स्पीकर को पावर हैगी सी और स्पीकर ने शोकाज नोटिस दिता है, तो ये डेफिनेटली हाले कोर्ट में जाने का साडे हिसाब नाल मुद्दा नहीं सी। पर राजस्थान हाई कोर्ट ने आफ्टर ऑल इस मुद्दे को बहुत गंभीरता नाल सुनिया है और असी ये नहीं कह सकते हर मुद्दे नूं भी जुडिशियरी बड़ी प्रभावित है। देखो साडे कॉन्स्टिट्यूशन विच 3 विंग्स ने जिहड़े बहुत इंपॉर्टेंट ने, लैजिस्लेचर, एग्जीक्यूटिव ते जुडिशरी। ये कहना कि जुडिशरी राजसी तौर पर प्रभावित हो चुकी हुई है, मैं इहदे नाल सहमत नहीं है। बड़े फैसले इहो जिहे आंदे ने जिहड़े जुडिशरी ने रूलिंग गवर्नमेंट से अगेंस्ट किए हुए ने, बड़े फैसले इहो जिहे आंदे ने जिथे जुडिशरी ने गवर्नमेंट को ताड़ना दी है, बड़े फैसले इहो जिहे आंदे ने जिथे जुडिशरी ने कई बार ऑब्जरवेशन या स्ट्रक्चर भी पास किए ने। सो मैं उन्होंने मुद्दों पर मैं समझदा कि सानू सारिਆਂ ਨੂੰ जिथे असी जुडिशरी को एक्सैप्टेड विंग बनाया है इस डेमोक्रेसी के चलान के लिए और जुडिशरी को वक्री ताकत दी है ताकि जो फैसले ने वो बिना किसी राजसी प्रभाव के, बिना किसी इन्फ्लुएंस के, पर्सनल इन्फ्लुएंस या पॉलिटिकल इन्फ्लुएंस जो फैसला जुडिशरी ते विश्वास करना चाहिए ना। जे देश का जुडिशियल सिस्टम इस तरह सोचने लग गए तो फिर ते माइट इज राइट दोबारा शुरू हो जाएगा। फिर कानून ना जिहड़ा सर इस मुद्दे ते ਤੁਸੀਂ ਕਮਲ ਜੀ अपने आप को गवर्न करांगे उस कानून कमल जी ਤੁਸੀਂ ਖੁਦ ਹੀ ਕਹਿ ਰਹੇ ਆ, ਬਹੁਤ ਠੀਕ ਕਹਿ ਰਹੇ ਆ। ਇੱਕ ਮਿੰਟ, ਕਮਲਜੀਤ ਜੀ ਖੁਦ ਹੀ ਕਹਿ ਰਹੇ ਆ ਕਿ ਇਹ ਬਣਦਾ ਹੀ ਨਹੀਂ ਸੀਗਾ। ਫਿਰ ਕੋਰਟ ਨੂੰ, ਹਾਈ ਕੋਰਟ ਨੂੰ, ਜਿਹੜੀ ਰਾਜਸਥਾਨ ਦੀ ਹਾਈ ਕੋਰਟ ਹੈ, ਉਹਨਾਂ ਨੂੰ ਕਹਿ ਦੇਣਾ ਚਾਹੀਦਾ ਘਰੇ ਜਾਓ, ਅਜੇ ਤੇ ਕੋਈ ਫੈਸਲਾ ਨਹੀਂ ਹੋਇਆ, ਤੁਸੀਂ ਇੱਥੇ ਕੀ ਲੈਣ ਆਏ ਆ। ਉਹਨਾਂ ਨੇ ਉਹਦੇ ਤੇ ਉਲਟਾ ਸਪੀਕਰ ਤੇ ਰੋਕਾਂ ਲਾਤੀਆਂ। ਇਹਦਾ ਮਤਲਬ ਤੇ ਜਿਹੜੀ ਭਾਸ਼ਾ ਆ ਜੋ ਰਾਜਨੀਤਿਕ ਆਪਣੇ ਸੈਂਟਰ ਦੇ ਵਿੱਚ ਲੋਕਾਂ ਨੂੰ ਫੇਵਰ ਕਰ ਰਹੀ ਆ, ਉਹੋ ਜੀ ਭਾਸ਼ਾ ਕੋਰਟ ਬੋਲ ਰਹੀ ਆ। ਮੇਰਾ ਆਬਜੈਕਸ਼ਨ ਇਹ ਹੈ, ਉਹਨਾਂ ਨੇ ਕਿਉਂ ਨਹੀਂ ਸਪੀਕਰ ਦੀ ਪਾਵਰ ਜਿਹੜੀ ਇੰਡੀਪੈਂਡੈਂਟ ਪਾਵਰ ਆ ਉਹਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ, अपनी पावर बना ली। ओके, ਤੁਹਾਡੀ ਗੱਲ ਆ ਗਈ ਪ੍ਰੋਫੈਸਰ ਸਮਾਂ ਬੜਾ ਘੱਟ ਹੈ ਜੀ। मैं एक सेकंड ਇਹਦੇ ਵਿੱਚ ਐਡ ਇਹ ਕਰਾਂਗਾ ਜੀ ਕਿ ਇਹ ਮੇਰਾ ਪਰਸਨਲ ਆਪਣਾ ਵਿਊ ਸੀ ਜਦੋਂ ਮੈਂ ਇਹ ਸਾਰੀ ਕੰਟਰੋਵਰਸੀ ਨੂੰ ਆਪਣੇ ਨਜ਼ਰੀਏ ਨਾਲ ਦੇਖਿਆ ਔਰ ਆਪਣੇ ਹਿਸਾਬ ਦੇ ਨਾਲ ਦੇਖਿਆ। ਹੁਣ ਜੋ ਰਾਜਸਥਾਨ ਹਾਈ ਕੋਰਟ ਦਾ ਫੈਸਲਾ ਹੈ ਉਹ ਮੈਂ ਵਿਸ਼ ਕਰਦਾ ਕਿ ਅਸੀਂ ਪੜ੍ਹ ਲਿਆ ਹੁੰਦਾ। ਐਕਚੁਅਲੀ ਇਹ ਫੈਸਲਾ ਹਾਲੇ ਕਿਤੇ ਆਇਆ ਨਹੀਂ, ਜੋ ਪੇਪਰ ਵਿੱਚ ਅਸੀਂ ਪੜ੍ਹਿਆ ਹੈ या जो डिस्कशन हो रही है जी मीडिया ये मेरा पर्सनल व्यू सी और मैं समझदा सुप्रीम कोर्ट हाले जेडी इस मैटर है सब जुडिस है ऑनरेबल सुप्रीम कोर्ट को और मंडे तक ऑनरेबल सुप्रीम कोर्ट इन्हें होर ज्यादा क्लैरिफाई कर देगी क्योंकि एक होर लीगल जो ये फैसला हो रहा है ये साडी डेमोक्रेसी ਨੂੰ बहुत प्रभावित करेगा। ओके, एक होर लीगल सवाल जिहड़ा हैगा कमलजीत जी मैं तुहाडे तो जरूर लेना चाहांगा। जुडिशरी वालों ये भी कहा गया है कि जिस तरीके के नाल आपां गल करते हैं पायलट की, वो कहते हैं कि जे कोई पार्टी के अंदर विरोधी सर आवाज़ उठाउंदा है तो वो एंटी डिफेक्शन ला की गल करते हैं, आपां दल बदलू कानून का गल करते हैं, वो कहते ये लागू नहीं हुंदा। जे इस गल नूं आपां अगे विस्तार दे च लैने हैं तो फिर जिहड़ा किसी समय च दल बदलू कानून बनया सी, क्योंकि सरकारां टुटदियां भजदियां रहियां, जिद्दां मैं कहा दर्जनां सरकारां टुटियां। ये बहुत वड्डी एक बहस का मुद्दा जिहड़ा हैगा अदालत ने जिहड़ा हैगा इस कमेंट के नाल छेड़ दिता है कि की हुण जिहड़ा दल बदलू कानून है वो इररेलेवेंट हो गया, नहीं रहना चाहिए, क्योंकि जे शख्सी आज़ादी की गल करते हैं खैर दी तो कोई लिमिट नहीं है। जिस तरीके नाल इस देश के अंदर लोगों के केस बन रहे हैं और आप सीमित दायरे च गल करते हैं कि फिर जिहड़ा हैगा राजसी धिरां च खुल होनी चाहिए है कि अपने मुख्यमंत्री के खिलाफ, अपने नेता के खिलाफ बोलेगा तो उसनूं शख्सी आज़ादी मन्निया जाएगा, वो दल बदलू एक्ट च नहीं आएगा। की कहोगे ते कमलजीत जी? सर कॉन्स्टिट्यूशन ये प्रोवाइडेड है कि जे एक MLA किसी पार्टी की टिकट ते खड़िया है जिहड़ी उन्हें डिस्कलोज करता है जदों वो इलैक्शन लड़दा है और जे वो पार्टी के विप के अगेंस्ट जाता है तो उन्होंने डिसकुआलीफाई किया जा सकता है। ये कॉन्स्टिट्यूशन दे विच प्रोवाइडेड है। जितों तक तुसीं गल कीती डिसकुआलीफिकेशन के लिए कि जो डिफेक्शन लॉ नूं किवें इन्वोक किया जा सकता है दल बदलू,
ਇਹ ਦਲ ਬਦਲੂ ਜੋ ਕਾਨੂੰਨ ਆਇਆ ਸੀ ਇਹ ਇਸੇ ਕਰਕੇ ਆਇਆ ਸੀ ਤਾਂ ਕਿ ਜੋ ਸਾਡੀ ਕੰਟਰੀ ਦੇ ਵਿੱਚ ਆਇਆ ਰਾਮ ਗਿਆ ਰਾਮ ਦੀ ਇੱਕ ਬੜੀ ਚਰਚਾ ਚੱਲ ਰਹੀ ਸੀ ਕਿ ਕੋਈ ਇਲੈਕਸ਼ਨ ਲੜਦਾ ਹੈ ਕਿਸੇ ਮੁੱਦੇ ਨਾਲ ਕਿਸੇ ਪਾਰਟੀ ਦੇ ਮੈਨੀਫੈਸਟੋ ਦੇ ਨਾਲ, ਉਸ ਤੋਂ ਬਾਅਦ ਵਜ਼ਾਰਤ ਲੈਣ ਨੂੰ ਜਾਂ ਕੋਈ ਹੋਰ ਆਪਣੇ ਪੱਖ 'ਚ ਕੋਈ ਗੱਲ ਕਹਾਉਣ ਨੂੰ ਜਾਂ ਫਾਈਨੈਂਸ਼ੀਅਲ ਦੇ ਕੋਈ ਮੈਟਰਸ ਨੂੰ ਦੇਖਣ ਨੂੰ, ਉਸ ਤੋਂ ਬਾਅਦ ਉਹ ਦਲ ਬੜੀ ਜਲਦੀ ਬਦਲ ਜਾਂਦੇ ਸੀ। ਐਂਟੀ ਡਿਫੈਕਸ਼ਨ ਲਾਅ ਨੇ ਰੈਲੇਵੈਂਸ ਆਪਣੀ ਲੂਜ਼ ਨਹੀਂ ਕੀਤੀ ਹੋਈ। ਐਂਟੀ ਡਿਫੈਕਸ਼ਨ ਲਾਅ ਬਿਲਕੁਲ ਠੀਕ ਹੈ, ਸਿਰਫ ਇਹਦੀ ਇੱਕ ਇੰਪਲੀਮੈਂਟੇਸ਼ਨ ਜਿਹੜੀ ਹੈ ਉਹਦੇ ਲਈ ਹੀ ਸਪੀਕਰ ਨੇ ਹਾਲੇ ਸ਼ੋਕਾਜ਼ ਨੋਟਿਸ ਦਿੱਤਾ ਸੀ। ਸਪੀਕਰ ਨੇ ਇਸ ਤੋਂ ਅੱਗੇ ਕੋਈ ਐਸਾ ਗੱਲ ਨਹੀਂ ਰੱਖੀ, ਨਾ ਕਿਤੇ ਐਂਟੀ ਡਿਫੈਕਸ਼ਨ ਦੀ ਜਾਂ ਦਲ ਬਦਲਣ ਦੀ ਗੱਲ ਸਚਿਨ ਪਾਇਲਟ ਨੇ ਕੀਤੀ, ਨਾ ਕਿਸੇ ਐਮਐਲਏ ਨੇ ਕੀਤੀ। ਜਿੰਨਾ ਸਚਿਨ ਪਾਇਲਟ ਜਾਂ ਕਿਸੇ ਐਮਐਲਏ ਦੀਆਂ ਸਟੇਟਮੈਂਟਸ ਜੋ ਅਸੀਂ ਪੜ੍ਹਦੇ ਆ ਰਹੇ ਹਾਂ ਪਿਛਲੇ 10-15 ਦਿਨ ਤੋਂ, ਜਦੋਂ ਦਾ ਇਹ ਮਸਲਾ ਬੜਾ ਗਰਮਾ ਗਿਆ, ਉਹਨਾਂ ਦੇ ਵਿੱਚ ਕਿਸੇ ਨੇ ਦਲ ਬਦਲਣ ਦੀ ਕੋਈ ਗੱਲ ਨਹੀਂ ਕੀਤੀ। ਪਰ ਇਹ ਕਈ ਮਤਲਬ ਅਸੀਂ ਆਪਣੇ ਆਪ ਹਾਲੇ ਨਿਕਾਲ ਰਹੇ ਹਾਂ, ਕੋਈ ਮਤਲਬ ਅਸੀਂ ਨਿਕਾਲ ਰਹੇ ਹਾਂ ਕਿਉਂਕਿ ਜਿਹੜੇ 2 ਸੀਨੀਅਰ ਐਡਵੋਕੇਟਸ ਸੁਪਰੀਮ ਕੋਰਟ ਦੇ, ਉਹ ਜਿਹੜੇ ਸਚਿਨ ਪਾਇਲਟ ਦੇ ਫੈਕਸ਼ਨ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਉਹਨਾਂ ਨੂੰ ਅਸੀਂ ਲੇਬਲ ਕਰ ਰਹੇ ਹਾਂ ਕਿ ਉਹ ਬੀਜੇਪੀ ਗਵਰਨਮੈਂਟ ਨਾਲ ਅਲਾਈਨ ਨੇ। ਮੈਂ ਇੱਥੇ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਉਹ ਦੋਨੋਂ ਸੀਨੀਅਰ ਐਡਵੋਕੇਟਸ ਕੋਈ ਬੀਜੇਪੀ ਗਵਰਨਮੈਂਟ ਦੇ ਕਿਸੇ ਆਫਿਸ ਦੇ ਨਾਲ ਨਹੀਂ ਲੱਗੇ ਹੋਏ। ਜੇ ਮੁਕੁਲ ਰੋਹਤਗੀ ਸਾਹਿਬ ਪਹਿਲਾਂ ਅਟਾਰਨੀ ਜਨਰਲ ਆਫ ਇੰਡੀਆ ਵੀ ਸੀਗੇ ਤੇ ਮੁਕੁਲ ਰੋਹਤਗੀ ਸਾਹਿਬ ਅੱਜ ਨਹੀਂ ਹੈਗੇ। ਕੋਈ ਵਕੀਲ ਜੋ ਹੈ ਉਹ ਆਪਣੇ ਸਾਇਲ ਦਾ ਦੇਖ ਕੇ ਜੋ ਔਰ ਕੋਰਟ ਦਾ ਆਪਣੇ ਆਪ ਨੂੰ ਆਫਿਸਰ ਮੰਨ ਕੇ ਕੰਮ ਕਰਦਾ ਹੈ। ਕੋਈ ਵਕੀਲ ਇਸ ਤਰ੍ਹਾਂ ਕੰਮ ਨਹੀਂ ਕਰਦਾ ਕਿ ਸਿਰਫ ਪਾਰਟੀ ਨਾਲ ਅਲਾਈਨਮੈਂਟ ਤੇ, ਅਨਲੈਸ ਤੁਸੀਂ ਉਸ ਪਾਰਟੀ ਦੇ ਕੋਈ ਰੋਲਸ ਤੇ ਹੋਵੋ। ਜੋ ਮੇਰੇ ਨਜ਼ਰੀਏ ਨਾਲ ਨਾਮ ਇਹ ਦੋਨੋਂ ਸੀਨੀਅਰ ਐਡਵੋਕੇਟ ਪਾਰਟੀ ਦੇ ਨੇ। ਦੂਜੇ ਪਾਸੇ ਜਗਤਾਰ ਜੀ ਮੇਰੀ ਥੈਂਕ ਯੂ ਵੈਰੀ ਮਚ। ਦੂਜੇ ਪਾਸੇ ਥੈਂਕ ਯੂ ਵੈਰੀ ਮਚ। ਪ੍ਰੋਫੈਸਰ ਮੇਰਾ ਬਹੁਤ ਛੋਟਾ ਕਮੈਂਟ ਹੈ, ਤੁਸੀਂ ਹਾਂ ਕੋਈ ਨਹੀਂ 10 ਸੈਕਿੰਡ ਦਾ ਹੈਗਾ ਆਪਣਾ ਕਮੈਂਟ। ਬਿਲਕੁਲ 15 ਸੈਕਿੰਡ ਦਾ ਉਹ ਇਹ ਹੈਗਾ, ਇੱਥੇ ਮਸਲਾ ਵਿਪ ਦਾ ਨਹੀਂ ਹੈਗਾ, ਉਹ ਤੇ ਅਸੈਂਬਲੀ ਦੇ ਅੰਦਰ ਹੁੰਦੀ ਹੈ। ਇੱਥੇ ਮਾਮਲਾ ਜਿਹੜਾ ਲੀਗਲ ਮਾਮਲਾ ਇਹ ਹੈਗਾ ਕਿ ਜਦੋਂ ਸਰਕਮਸਟੈਂਸ਼ੀਅਲ ਐਵੀਡੈਂਸ ਸਫੀਸ਼ੀਐਂਟ ਹੋ ਜਾਣ, ਜਿਵੇਂ ਕਿ ਉਹ ਜਿਹੜੇ ਮੀਟਿੰਗਾਂ 'ਚ 2 ਵਾਰੀ ਨਹੀਂ ਆਏ, ਉਹਨਾਂ ਦੀ ਵੀਡੀਓ ਸਾਹਮਣੇ ਆਈ, ਬੀਜੇਪੀ ਦੇ ਜਾ ਕੇ ਸਰਕਾਰ ਦੇ ਹੋਟਲਾਂ 'ਚ ਬੈਠੇ ਹੈ, ਤਾਂ ਇਹ ਕਲੀਅਰ ਕੱਟ ਸੁਪਰੀਮ ਕੋਰਟ ਦੇ ਫੈਸਲੇ ਹੈ, ਸੁਪਰੀਮ ਕੋਰਟ ਦੇ ਫੈਸਲੇ ਆਏ ਇਹਨਾਂ ਮੁੱਦਿਆਂ ਦੇ ਪਹਿਲਾਂ ਉਹਦਾ ਫੈਸਲਾ ਆ ਔਰ ਇਹ ਬਿਲਕੁਲ ਉਹਨਾਂ ਨੂੰ ਬਾਹਰ ਦਾ ਰਾਹ ਦਿਖਾਇਆ ਜਾ ਸਕਦਾ ਸਪੀਕਰ ਵੱਲੋਂ ਕਿ ਇਹ ਪਾਰਟੀ ਦੀ ਵਾਇਲੇਸ਼ਨ ਹੈ। ਇਹ ਬੜਾ ਸਾਫ਼ ਹੈਗਾ, ਪਰ ਉਹ ਮੰਨਣ ਲਈ ਤਿਆਰ ਨਹੀਂ। ਥੈਂਕ ਯੂ ਵੈਰੀ ਮਚ ਜੀ, ਮਿਹਰਬਾਨੀ। ਥੈਂਕ ਯੂ ਵੈਰੀ ਮਚ। ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਕਮਲਜੀਤ ਸਿੰਘ, ਜ਼ਿਲ੍ਹਾ ਬਠਿੰਡਾ ਦੇ ਸੀਨੀਅਰ ਐਡਵੋਕੇਟ ਸਤਪਾਲ ਸੈਣੀ ਤੇ ਰਾਜਸੀ ਵਿਸ਼ਲੇਸ਼ਕ ਤੇ ਇਹਨਾਂ ਮਾਮਲਿਆਂ ਦੀ ਇੱਕ ਜਾਣੀ ਪਛਾਣੀ ਹਸਤੀ ਪ੍ਰੋਫੈਸਰ ਮਨਜੀਤ ਸਿੰਘ, ਤਿੰਨੇ ਮਹਿਮਾਨਾਂ ਨੂੰ ਇਹਨਾਂ ਮੁੱਦਿਆਂ ਤੇ ਆਉਣ ਦੇ ਲਈ ਜਿੱਥੇ ਮੈਂ ਧੰਨਵਾਦੀ ਹਾਂ, ਉੱਥੇ ਇੱਕ ਬਹਿਸ ਦਾ ਜਿਹੜਾ ਸੁਨੇਹਾ, ਕਰੋਨਾ ਮਹਾਮਾਰੀ ਦੀ ਗੱਲ ਕਰ ਲਈਏ, ਆਮ ਆਦਮੀ ਤਾਂ ਪ੍ਰਭਾਵਿਤ ਹੋਇਆ ਹੀ ਹੋਇਆ। ਜੁਡੀਸ਼ਰੀ ਨਿਆਂ ਲੈਣ ਦੇ ਲਈ ਇੱਕ ਲੰਬੀ ਕਤਾਰ, ਕੌਣ ਹੈ ਇਹਦੇ ਲਈ ਜ਼ਿੰਮੇਵਾਰ? ਆਖਰ ਸਿਸਟਮ ਤੇ ਤਾਂ ਸਵਾਲ ਉੱਠਣਗੇ। ਜਿੱਥੋਂ ਤੱਕ ਸਿਸਟਮ ਨੂੰ ਚਲਾਉਣ ਵਾਲੀਆਂ ਰਾਜਸੀ ਪਾਰਟੀਆਂ ਦਾ ਸਵਾਲ ਹੈ, ਜਦੋਂ ਆਪ ਹੀ ਕਟਹਿਰੇ ਵਿੱਚ ਖੜੀਆਂ ਹੋਣਗੀਆਂ ਤਾਂ ਨਿਆਂ ਤੋਂ ਕਿਸ ਦੀ ਆਸ ਕੀਤੀ ਜਾ ਸਕਦੀ ਹੈ? ਇਹਨਾਂ ਮੁੱਦਿਆਂ ਤੇ ਆਉਣ ਲਈ ਇੱਕ ਵਾਰ ਮੈਂ ਮੁੜ ਕੇ ਤੁਹਾਡੇ ਸਾਰਿਆਂ ਵੱਲੋਂ ਆਪਣੇ 3 ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।